ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਜਿਨ੍ਹਾਂ ਉੱਤੇ ਸਾਰਾ ਦਿਨ ਚਰਚਾ ਹੁੰਦੀ ਰਹੀ ਹੈ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਯੂਕਰੇਨ ਦਾ ਮਾਮਲਾ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ, ਲੜਾਈ ਰੁਕ ਨਹੀਂ ਰਹੀ ਤੇ ਉਹਦਾ ਅਸਰ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਉੱਤੇ ਪੈ ਰਿਹਾ। ਜਿੱਥੇ ਤੁਹਾਡੇ ਨਾਲ ਅੱਜ ਰਸ਼ੀਆ ਯੂਕਰੇਨ ਦੀ ਤਾਜ਼ਾ ਸਥਿਤੀ, ਹੁਣ ਤੱਕ ਜੋ ਕੁਝ ਉੱਥੇ ਹੋ ਚੁੱਕਿਆ ਉਹ ਸਾਂਝਾ ਕਰਾਂਗੇ। ਦੁਨੀਆ ਨੇ ਉਹਦੇ ਉੱਤੇ ਕੀ ਸੈਂਕਸ਼ਨਸ ਲਾਈਆਂ, ਉਹਦਾ ਅੱਗਿਓਂ ਕੀ ਪ੍ਰਤੀਕਰਮ ਆ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਇਹਦੇ ਨਾਲ ਗੈਸ ਪ੍ਰਾਈਸ ਦੀਆਂ ਗੱਲਾਂ, ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਆ, ਸਰਕਾਰਾਂ ਕੀ ਕਰ ਰਹੀਆਂ ਆ, ਕੋਵਿਡ ਦੇ ਨਾਲ ਹੁਣ ਕੀ ਖੁੱਲ੍ਹ ਰਿਹਾ, ਅੱਗੇ ਕਿਹੜੀਆਂ ਬੰਦਸ਼ਾਂ ਹਟ ਜਾਣੀਆਂ, ਉਹ ਤੇ ਖਾਸ ਤੌਰ ਦੇ ਉੱਤੇ ਅੱਜ 7 ਮਾਰਚ ਦਾ ਦਿਨ ਬਹੁਤ ਮਹੱਤਵਪੂਰਨ ਆ। ਅੱਜ ਦੇ ਦਿਨ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ, ਜਿਹਦੇ ਵਿੱਚ ਐਬਸਫੋਰਡ ਦੇ ਵਿੱਚ 3 ਫਾਰਮ ਵਰਕਰਸ ਔਰਤਾਂ ਦੀ ਮੌਤ ਹੋ ਗਈ ਸੀ ਇੱਕ ਵੈਨ ਦੇ ਵਿੱਚ ਹਾਦਸੇ ਦੇ ਵਿੱਚ, ਤੇ ਉਹਨਾਂ ਦੀ ਯਾਦ ਦੇ ਵਿੱਚ ਗੋਲਡਨ ਟਰੀ ਉੱਥੇ ਐਬਸਫੋਰਡ ਦੇ ਵਿੱਚ ਬਣਿਆ ਹੈ। ਉਹ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਗੈਸ ਪ੍ਰਾਈਸਿਸ ਲਗਾਤਾਰ ਵੱਧ ਰਹੀਆਂ। BC ਦੇ ਵਿੱਚ ਖਾਸ ਕਰਕੇ ਵੈਨਕੂਵਰ ਦੇ ਵਿੱਚ ਕੈਨੇਡਾ ਦੀ ਸਭ ਤੋਂ ਮਹਿੰਗੀ ਗੈਸ ਮਿਲ ਰਹੀ ਆ। ਲੋਕ ਤੜਫੇ ਪਏ ਆ ਵੀ ਇੰਨੀ ਮਹਿੰਗੀ ਗੈਸ ਪਵਾ ਕੇ ਕਰਾਂਗੇ ਕੀ। ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਹੁਣ ਇਲੈਕਟ੍ਰਿਕ ਵਹੀਕਲਸ ਵੱਲ ਜਾਇਆ ਜਾਵੇ, ਤੇ ਇਸ ਗੱਲ ਦਾ ਵੀ ਕੀ ਪਤਾ ਕਿ ਜਦੋਂ ਤੱਕ ਇਲੈਕਟ੍ਰਿਕ ਵਹੀਕਲ ਸਾਰੇ ਹੋ ਜਾਂਦੇ ਉਦੋਂ ਇਲੈਕਟ੍ਰਿਸਿਟੀ ਕਿੰਨੀ ਕੁ ਮਹਿੰਗੀ ਹੋ ਜਾਣੀ ਹੈ। ਸਰਕਾਰਾਂ ਕੁਛ ਨਾ ਕੁਛ ਯਤਨ ਕਰ ਰਹੀਆਂ, ਪਰ BC ਦੇ ਵਿੱਚ ਉਹ ਯਤਨ ਹਜੇ ਦੇਖਣ ਨੂੰ ਮਿਲ ਨਹੀਂ ਰਹੇ। ਅਲਬਰਟਾ ਦੇ ਵਿੱਚ ਵੀ ਗੈਸ ਪ੍ਰਾਈਸ ਬਹੁਤ ਜ਼ਿਆਦਾ ਆ, ਭਾਵੇਂ ਕਿ BC ਦੇ ਹਿਸਾਬ ਨਾਲ ਉੱਥੇ ਘੱਟ ਆ, ਪਰ ਉੱਥੋਂ ਦੀ ਸਰਕਾਰ ਨੇ, ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਅੱਜ ਅਨਾਊਂਸ ਕਰ ਦਿੱਤਾ ਕਿ ਜਿਹੜਾ ਪ੍ਰੋਵਿੰਸ ਦਾ 13 ਸੈਂਟ ਦਾ ਟੈਕਸ 1 ਲੀਟਰ ਪਿੱਛੇ ਲੱਗਦਾ, ਅਸੀਂ ਉਹਨੂੰ ਰੋਕ ਰਹੇ ਹਾਂ, ਉਹ ਨਹੀਂ ਲੈ ਰਹੇ। ਭਾਵ ਜਿਹੜਾ ਪ੍ਰੋਵਿੰਸ ਉਹਦੇ ਤੋਂ ਕਲੈਕਸ਼ਨ ਕਰ ਰਿਹਾ ਉਹਨੂੰ ਉਹਨਾਂ ਨੇ ਰੋਕ ਦਿੱਤਾ ਵੀ ਅਸੀਂ ਕਿਸੇ ਤਰ੍ਹਾਂ ਹੋਰ ਪਾਸਿਓਂ ਸਾਰ ਲਾਂਗੇ। ਲੋਕਾਂ ਦੇ ਉੱਤੇ ਜਿਹੜਾ ਇੱਕਦਮ ਬੋਝ ਪੈ ਰਿਹਾ ਅੰਤਰਰਾਸ਼ਟਰੀ ਮਾਰਕੀਟ ਦਾ, ਉਹਨੂੰ ਘਟਾਇਆ ਜਾ ਸਕੇ। ਸੋ ਇਹਦੇ ਨਾਲ ਅੱਜ ਜਿਹੜਾ ਬਹੁਤ ਵੱਡਾ, ਇਹਦੇ ਨਾਲ ਜਿਹੜੀ ਗੈਸੋਲੀਨ ਤੇ ਡੀਜ਼ਲ ਦੇ ਉੱਤੇ ਕਾਫੀ ਫਰਕ ਪਊਗਾ। ਉੱਥੋਂ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ। ਉਹ ਕਹਿੰਦੇ ਅਸੀਂ ਪ੍ਰੋਵਿੰਸ਼ੀਅਲ ਫਿਊਲ ਟੈਕਸ ਨੂੰ ਕਲੈਕਟ ਨਹੀਂ ਕਰ ਰਹੇ ਤੇ 13 ਸੈਂਟ 1 ਲੀਟਰ ਦੇ ਪਿੱਛੇ ਉੱਥੇ ਸਿੱਧਾ ਸਸਤਾ ਹੋ ਜਾਊਗਾ, ਤੇ ਅਲਬਰਟਾ 'ਚ ਰਹਿਣ ਵਾਲੇ ਲੋਕ ਇਸ ਗੱਲ ਨਾਲ ਖੁਸ਼ ਹੋਏ ਆ। 1 ਅਪ੍ਰੈਲ ਤੋਂ ਇਹ ਲਾਗੂ ਹੋ ਜਾਣਾ। ਇੱਕ ਐਵਰੇਜ ਜਿਹੜੀ ਉੱਥੇ ਗੈਸੋਲੀਨ ਦੀ ਪ੍ਰਾਈਸ ਆ ਇਸ ਵੇਲੇ 1.6 ਆ। BC ਨਾਲੋਂ ਫਿਰ ਵੀ ਬਹੁਤ ਘੱਟ ਆ। ਨੇਸ਼ਨ ਵਾਈਡ ਜੇ ਇੱਥੇ ਦੇਖਿਆ ਜਾਵੇ, ਪੂਰੇ ਕੈਨੇਡਾ ਦੀ ਐਵਰੇਜ ਕੱਢ ਕੇ ਦੇਖੋ ਤਾਂ 1.80 ਆ, 1.80, ਤੇ BC ਤੇ ਸਪੈਸ਼ਲੀ ਵੈਨਕੂਵਰ ਦੇ ਵਿੱਚ 2.09 ਦੇ ਉੱਤੇ ਇਹ ਕੀਮਤ ਪਹੁੰਚੀ ਆ। ਹੁਣ ਇਹੀ ਗੱਲ ਜਦੋਂ BC ਨੂੰ ਸਰਕਾਰ ਨੂੰ ਪੁੱਛੀ ਗਈ ਕਿ ਤੁਸੀਂ ਕੀ ਕਰ ਰਹੇ ਆ, BC ਦੇ ਡਿਪਟੀ ਪ੍ਰੀਮੀਅਰ ਤੇ ਸੋਲਿਸਿਟਰ ਜਨਰਲ ਮਾਈਕ ਫਾਰਨਵਰਥ, ਉਹ ਕਹਿੰਦੇ ਵੀ ਅਸੀਂ ਵਾਅਦਾ ਨਹੀਂ ਕਰਦੇ, ਅਸੀਂ ਹਜੇ ਕੁਛ ਨਹੀਂ ਕਰ ਰਹੇ। 1 ਅਪ੍ਰੈਲ ਨੂੰ ਜਿਹੜਾ 1 ਸੈਂਟ ਆ ਉਹ ਜਿਹੜਾ ਵਧਣਾ ਆ, ਤੇ ਦੂਜਾ ਜਿਹੜਾ ਟੈਕਸੇਸ਼ਨ ਦੇ ਚੈਲੰਜਸ ਸਾਡੇ ਕੋਲ ਇਹ ਆ ਕਿ ਅਸੀਂ, ਇਹ ਸਾਡੇ ਹੱਥ ਵਿੱਚ ਹੀ ਨਹੀਂ ਹੈ। BC ਦੀ ਸਰਕਾਰ ਸਿੱਧਾ ਕਹਿ ਰਹੀ ਹੈ ਕਿ ਬਹੁਤਾ ਕੁਛ ਸਾਡੇ ਹੱਥ ਵਿੱਚ ਹੈ ਨਹੀਂ ਗਾ। ਕੁਛ ਜਿਹੜੇ ਟੈਕਸ ਫੈਡਰਲ ਗਵਰਨਮੈਂਟ ਨੇ ਲਾਏ ਆ, ਕੁਛ ਅੰਤਰਰਾਸ਼ਟਰੀ ਮਾਰਕੀਟ ਆ, ਤੇ ਸਿਚੁਏਸ਼ਨ ਬਿਯੋਂਡ BC's ਕੰਟਰੋਲ ਆ, ਕਿ ਇਹਦੇ ਵਿੱਚ ਕੁਛ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਰਿਐਲਿਟੀ ਇਹ ਆ, ਇਨਸਟੇਬਿਲਿਟੀ ਇਹ ਆ ਐਨਰਜੀ ਮਾਰਕੀਟ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਆ, ਇਕੱਲਾ ਬ੍ਰਿਟਿਸ਼ ਕੋਲੰਬੀਆ ਇਹਦੇ ਨਾਲ ਪ੍ਰਭਾਵਿਤ ਨਹੀਂ ਹੋਇਆ। ਸਭ ਤੋਂ ਸਿੱਧਾ ਅਸਰ ਇਸ ਵੇਲੇ ਰਸ਼ੀਆ ਤੇ ਯੂਕਰੇਨ ਦੇ ਆਪਸੀ ਰੌਲੇ ਗੋਲੇ ਦਾ ਪਿਆ ਆ, ਤੇ ਹੁਣ ਇਹਦਾ ਕੋਈ ਵੀ ਸਿੱਧਾ ਸੋਲੂਸ਼ਨ ਨਹੀਂ ਆ। ਪਰ ਉਹਦਾ ਸਿੱਧਾ ਸੋਲੂਸ਼ਨ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਦੇ ਦਿੱਤਾ ਕਿ ਪ੍ਰੋਵਿੰਸ ਦਾ ਟੈਕਸ ਅਸੀਂ ਇਸ ਵੇਲੇ ਰੋਕ ਰਹੇ ਹਾਂ, ਜਿਹਦੇ ਨਾਲ ਲੋਕ ਉੱਥੋਂ ਖੁਸ਼ ਹੋਏ ਆ। ਅਲਬਰਟਾ ਦੇ ਬਾਰੇ ਉਹ ਕਹਿੰਦੇ ਅਸੀਂ ਸੁਣਿਆ ਆ ਕਿ ਲੋਕ ਇਸ ਵੱਧਦੀਆਂ ਕੀਮਤਾਂ ਤੋਂ ਪਰੇਸ਼ਾਨ ਨੇ, ਤੇ ਸਰਕਾਰ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਕ ਰਾਹਤ ਦੇ ਦਿੱਤੀ ਆ। BC ਦੇ ਵਿੱਚ ਸਰਕਾਰ ਨੇ ਕਹਿ ਦਿੱਤਾ ਵੀ ਅਸੀਂ ਇੱਦਾਂ ਦਾ ਕੁਝ ਨਹੀਂ ਕਰ ਰਹੇ। ਸਵਾਲ ਹੁਣ ਲੋਕਾਂ ਦੇ ਸਾਹਮਣੇ ਇਹ ਪੈਦਾ ਹੋ ਰਿਹਾ ਕਿ 2.09 ਦੇ ਉੱਤੇ ਜੇਕਰ ਇਸ ਵੇਲੇ ਹੈਗਾ ਆ ਤਾਂ ਇਹ ਰੁਕ ਜੂਗਾ, ਇੱਥੇ ਖਤਮ ਹੋ ਜੂਗੀ ਗੱਲ, ਵੀ ਇੱਥੇ ਤੱਕ ਹੀ ਰਹੂਗਾ। ਲੱਗਦਾ ਕਿ ਮਾਹਰ ਦੱਸ ਰਿਹਾ ਇਹ ਇੱਥੇ ਗੱਲ ਨਹੀਂ ਰੁਕਣੀ, ਗੈਸ ਇਹਦੇ ਤੋਂ ਉੱਤੇ ਜਾਣੀ ਆ, ਨਵੀਆਂ ਹਾਈਟਸ ਕਹਿੰਦੇ ਉੱਥੇ ਪਹੁੰਚੂਗੀ। ਤੇ ਰੀਜਨ ਦੇ ਵਿੱਚ ਇੱਥੋਂ ਦੇ ਡਰਾਈਵਰਸ ਨੂੰ ਸਭ ਤੋਂ ਜ਼ਿਆਦਾ ਆਉਣ ਵਾਲੇ ਕੁਝ ਹਫ਼ਤਿਆਂ ਤੇ ਕੁਝ ਮਹੀਨਿਆਂ ਤੱਕ ਪੇ ਕਰਨਾ ਪਊਗਾ। ਗਰਮੀਆਂ ਅੱਗੇ ਆ ਰਹੀਆਂ, ਸਮਰ ਦੇ ਸੀਜ਼ਨ ਦੇ ਵਿੱਚ ਵੈਸੇ ਹੀ ਡਿਮਾਂਡ ਬਹੁਤ ਵਧੀ ਹੁੰਦੀ ਆ, ਲੋਕ ਘੁੰਮਣ ਫਿਰਨ ਬਹੁਤ ਜਾਂਦੇ ਆ। ਜਦੋਂ ਡਿਮਾਂਡ ਵਧੀ ਹੁੰਦੀ ਆ ਤੇ ਫਿਰ ਓਬਵੀਅਸਲੀ ਉਹਦੀਆਂ ਕੀਮਤਾਂ ਵੀ ਉੱਤੇ ਚਲੇ ਜਾਂਦੀਆਂ। ਸਮਰ ਦੇ ਵਿੱਚ ਗੈਸ ਪ੍ਰਾਈਸ ਆਮ ਤੌਰ ਦੇ ਉੱਤੇ ਉੱਪਰ ਵੱਲ ਨੂੰ ਚਲੇ ਜਾਂਦੇ ਆ, ਤੇ ਹੁਣ ਜੇਕਰ 2.09 ਇਸ ਵੇਲੇ ਪੇ ਕਰ ਰਹੇ ਆ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦਾ ਹੈ। ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਵੀ ਜਦੋਂ ਦੇਖਦੇ ਹਾਂ ਤਾਂ ਗੈਸ 4 ਲੀਟਰ ਪਰ ਗੈਲਨ ਦੇ ਹਿਸਾਬ ਨਾਲ ਚੱਲ ਰਹੀ ਹੈ US ਦੇ ਵਿੱਚ, ਤੇ ਉਹਦਾ ਅਸਰ ਵੀ ਇੱਥੇ ਪੈ ਰਿਹਾ। ਜਿਹੜੇ ਗੈਸ ਬੜੀ ਦੇ ਕੁਛ ਐਨਾਲਿਸਿਸ ਕਰਨ ਵਾਲੇ ਮਾਹਰ ਨੇ, ਉਹ ਇਸ ਗੱਲ ਨੂੰ ਦੱਸ ਰਹੇ ਆ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਧਣੀ ਹੈ। ਇਹਨੂੰ ਚਾਹੇ ਰਸ਼ੀਆ ਦਾ ਯੂਕਰੇਨ ਦੇ ਉੱਤੇ ਹਮਲਾ ਸਮਝ ਲਓ ਤੇ ਚਾਹੇ ਇਹਨੂੰ ਕੁਛ ਹੋਰ ਸਮਝ ਲਓ, ਅਸਰ ਲੋਕਾਂ ਦੇ ਉੱਤੇ ਪੈਣਾ। ਲੋਕ ਇਹ ਕਹਿ ਰਹੇ ਆ ਕਿ ਇੰਨਾ ਜ਼ਿਆਦਾ ਅੰਤਰਰਾਸ਼ਟਰੀ ਮਾਰਕੀਟ ਦੇ ਨਾਲ ਇਹਦਾ ਲੈਣਾ ਦੇਣਾ ਹੈ ਨਹੀਂ, ਜਿੰਨਾ ਜ਼ਿਆਦਾ ਰੌਲਾ ਪੈ ਰਿਹਾ ਤੇ ਜਿੰਨਾ ਜ਼ਿਆਦਾ ਇਹਦੇ ਵਿੱਚੋਂ
ਪੈਸਾ ਕਮਾਇਆ ਜਾ ਰਿਹਾ। ਸਰਕਾਰ ਕੁਛ ਨਾ ਕੁਛ ਇਹਦਾ ਕੁਛ ਨਾ ਕੁਛ ਕਰ ਸਕਦੀ ਆ, ਪਰ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਸਾਹਮਣੇ। ਪਰ ਇਸ ਵੇਲੇ ਜਿਹੜੀ ਜਿੱਦਾਂ ਅਲਬਰਟਾ ਦੇ ਵਿੱਚ ਉਹਨੇ ਗੈਸ ਦੀਆਂ ਪ੍ਰਾਈਸਿਸ ਨੂੰ ਠੀਕ ਕੀਤਾ, ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜੀ ਇਲੈਕਟ੍ਰੀਸਿਟੀ ਆ ਉਹਦੇ ਉੱਤੇ ਵੀ ਕੁਛ ਰਿਬੇਟ ਦਿੱਤੀਆਂ। ਉਹਦੇ ਨਾਲ ਵੀ ਲੋਕਾਂ ਦੇ ਵਿੱਚ ਇੱਕ ਚੰਗੀ ਜਿਹੜੀ ਗੱਲਬਾਤ ਗਈ ਆ ਕਿ ਸਰਕਾਰ ਕਿਤੇ ਨਾ ਕਿਤੇ ਸਾਡੀ ਬਾਂਹ ਫੜ ਰਹੀ ਆ, ਚਾਹੇ ਉਹ ਇਲੈਕਟ੍ਰੀਸਿਟੀ ਦੀ ਰਿਬੇਟ ਆ, ਚਾਹੇ ਉਹ ਇਹ ਗੈਸ ਦੇ ਮਾਮਲੇ ਦੇ ਵਿੱਚ ਆ। ਸੋ ਹੁਣ ਜਿਹੜਾ ਬਾਕੀ ਥਾਵਾਂ ਦੇ ਉੱਤੇ ਇਹਦਾ ਕੀ ਬਣਦਾ ਆ, ਇਹ ਇੱਕ ਬਹੁਤ ਵੱਡੀ ਸਮੱਸਿਆ ਵੀ ਆ। ਅਤੇ $150 ਅਲਬਰਟਾ ਦੇ ਵਿੱਚ ਉਹਨੇ ਰਿਬੇਟ ਦੇ ਦਿੱਤਾ ਪਿਛਲੀਆਂ ਵਿੰਟਰ ਦਾ। ਇਹਦੇ ਤਿੰਨ ਜਿਹੜੇ ਹੈਗੇ ਬਿਲਿੰਗ ਸਾਈਕਲਸ ਦੇ ਵਿੱਚ ਮਿਲੂਗਾ। ਜਿਹੜਾ ਵੀ ਬੰਦਾ ਜਿਹਨੇ 250 ਮੈਗਾਵਾਟ ਤੋਂ ਘੱਟ ਜਿਹੜੀ ਇਲੈਕਟ੍ਰੀਸਿਟੀ ਵਰਤੀ ਆ, ਉਹ ਇਹਦੇ ਲਈ ਇਸ ਰਿਬੇਟ ਦੇ ਲਈ ਐਲੀਜੀਬਲ ਆ। ਉਹ ਕਹਿੰਦੇ ਥੋੜ੍ਹਾ ਜਿਹਾ ਟਾਈਮ ਲੱਗੂਗਾ ਇਹਨੂੰ, ਅਤੇ ਇਹਦੇ ਨਾਲ ਅਸੀਂ ਕੁਛ ਨਾ ਕੁਛ ਕਰਾਂਗੇ। 3 ਸੈਪਰੇਟ $50 ਦੇ ਰਿਬੇਟ ਤੁਹਾਡੇ ਬਿੱਲਾਂ ਦੇ ਵਿੱਚ ਆਪਣੇ ਆਪ ਲੱਗ ਕੇ ਆ ਜਾਣਗੇ ਅਲਬਰਟਾ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਦਾਂ ਦਾ ਹਜੇ ਕੁਛ ਨਹੀਂ ਦਿਸ ਰਿਹਾ। ਅਤੇ ਦੂਜੇ ਪਾਸੇ ਨੂੰ ਅੰਤਰਰਾਸ਼ਟਰੀ ਮਾਰਕੀਟ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ, ਅਤੇ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਸਾਡੇ ਵੱਸ ਦੇ ਵਿੱਚ ਨਹੀਂ ਆ, ਉਹਦੇ ਨਾਲ ਚਿੰਤਾ ਥੋੜ੍ਹੀ ਜਿਹੀ ਹੋਰ ਵੱਧ ਜਾਂਦੀ ਹੈ ਕਿ ਇੱਥੇ ਹੀ ਗੱਲਬਾਤ ਰੁਕ ਜਾਵੇ ਜਿੱਥੇ ਤੱਕ ਇਸ ਵੇਲੇ ਗੈਸ ਦੀਆਂ ਕੀਮਤਾਂ ਗਈਆਂ ਆ। ਪਰ ਲੱਗਦਾ ਨਹੀਂ ਇਹ ਸਾਰਾ ਕੁਛ ਰੁਕੂਗਾ। ਗੈਸ ਦੀਆਂ ਕੀਮਤਾਂ ਵਧਣ ਦਾ ਮਤਲਬ ਆ ਕਿ ਸਿੱਧਾ ਬਾਕੀਆਂ ਕੀਮਤਾਂ ਦੇ ਵਿੱਚ ਵੀ ਵਾਧਾ। ਇਨਫਲੇਸ਼ਨ ਅੱਗੇ ਤੁਹਾਨੂੰ ਪਤਾ ਜਨਵਰੀ ਦੇ ਵਿੱਚ ਸਭ ਤੋਂ ਹਾਈ ਸੀ, ਅਤੇ ਇਸ ਵੇਲੇ ਵੀ ਮਹਿੰਗਾਈ ਨੇ ਲੋਕਾਂ ਦੇ ਵੱਟ ਕੱਢੇ ਪਏ ਆ। ਅਤੇ ਸਮੱਸਿਆਵਾਂ ਲੋਕਾਂ ਦੀਆਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ। ਅਤੇ ਇਹਨਾਂ ਦੇ ਵਿੱਚ ਇਸ ਵੇਲੇ ਗੈਸ ਪ੍ਰਾਈਸਿਸ ਦਾ ਵਧਣਾ, ਅਤੇ ਗਰਮੀਆਂ ਹਜੇ ਆਈਆਂ ਨਹੀਂ, ਉਹਦੇ ਤੋਂ ਪਹਿਲਾਂ ਹੀ ਇੰਨੀਆਂ ਪ੍ਰਾਈਸ ਜਿਹੜੀਆਂ ਉਹ ਵੱਧ ਜਾਣੀਆਂ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। BC 'ਚ ਰਹਿਣ ਵਾਲੇ ਲੋਕ ਥੋੜ੍ਹਾ ਜਿਹਾ ਜ਼ਿਆਦਾ ਟੈਕਸ ਦੇ ਰਹੇ ਆ। 37 ਸੈਂਟ ਪਰ ਲੀਟਰ ਪਿੱਛੇ ਪ੍ਰੋਵਿੰਸ ਨੂੰ ਜਾਂਦੇ ਆ, ਜਿਹਦੇ ਵਿੱਚ 18.5 ਸੈਂਟ ਜਿਹੜੇ ਆ ਟਰਾਂਸਲਿੰਕ ਟੈਕਸ ਵੀ ਇਨਕਲੂਡਡ ਆ, ਅਤੇ 10 ਸੈਂਟ ਜਿਹੜਾ ਉਹ ਕਾਰਬਨ ਟੈਕਸ ਅਪ੍ਰੈਲ ਦੇ ਵਿੱਚ ਹੈਗਾ ਆ, ਅਤੇ ਜਿਹੜਾ 1 ਅਪ੍ਰੈਲ ਤੋਂ ਵੱਧ ਕੇ 11 ਸੈਂਟ ਹੋ ਜਾਣਾ ਆ। BC ਸਰਕਾਰ ਇਹਦੇ ਲਈ ਕਹਿੰਦੀ ਕਿ ਇਹ ਫੈਡਰਲ ਸਰਕਾਰ ਦੇ ਟੈਕਸ ਆ ਜਿਹੜੇ ਅਸੀਂ ਲੈਣੇ ਹੀ ਲੈਣੇ ਆ, ਅਤੇ ਹਰ ਇੱਕ ਦੇ ਲਈ ਇਹ ਜ਼ਰੂਰੀ ਆ। ਇੱਕ ਟਾਰਗੇਟ ਆ, ਔਰ ਉੱਥੇ ਤੱਕ ਜਿਹੜਾ ਜਿੰਨਾ ਟੈਕਸ ਜਲਦੀ ਲਾ ਦੂਗਾ ਅਲਟੀਮੇਟਲੀ ਉਹਨੂੰ ਉੱਥੇ ਉਹ ਪ੍ਰੋਵਿੰਸ ਛੇਤੀ ਪਹੁੰਚ ਜਾਊਗਾ ਉਸ ਟਾਰਗੇਟ 'ਤੇ। ਲਾਉਣੇ ਸਾਰਿਆਂ ਨੂੰ ਹੀ ਪੈਣੇ ਆ। ਅੱਜ ਨਹੀਂ ਤਾਂ ਕੱਲ੍ਹ ਇਹ ਟੈਕਸ ਸਾਰੇ ਪ੍ਰੋਵਿੰਸ ਵਿੱਚ ਰਹਿੰਦੇ ਕੈਨੇਡੀਅਨਸ ਨੂੰ ਦੇਣੇ ਪੈਣਗੇ। ਪੈਂਡੈਮਿਕ ਨੇ ਬਹੁਤ ਸਾਰੀਆਂ ਇੰਡਸਟਰੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਜਿਹੜੀ ਕਰੂਜ਼ ਸ਼ਿਪ ਇੰਡਸਟਰੀ ਸੀ, ਇਹਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ ਸੀ। ਕਰੂਜ਼ ਸ਼ਿਪ ਇੰਡਸਟਰੀ ਦੇ ਉੱਤੇ ਅਸਰ ਪੈਣ ਦੇ ਨਾਲ ਇਹਦੇ ਨਾਲ ਜੁੜੇ ਜਿਹੜੇ ਕੰਮ ਧੰਦੇ ਸੀ, ਜਿਵੇਂ ਟੈਕਸੀ ਦਾ ਕੰਮ ਸੀ, ਜਿਵੇਂ ਹੋਟਲ ਸੀ, ਰੈਸਟੋਰੈਂਟ ਸੀਗੇ, ਜਿਹੜੇ ਇਹਨਾਂ ਦੇ ਨਾਲ ਚੱਲਦੇ ਸੀ, ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ ਸੀ। ਔਰ ਇਹਦੇ ਵਿੱਚ ਕੁਛ ਰੈਸਟੋਰੈਂਟ ਜਾਂ ਬਿਜ਼ਨਸਿਸ ਇਹੋ ਜਿਹੇ ਸੀ ਜਿਹੜੇ ਪੱਕੇ ਬੰਦ ਹੋ ਗਏ ਕਿ ਦੁਬਾਰਾ ਉਹ ਕਦੇ ਸ਼ੁਰੂ ਹੀ ਨਹੀਂ ਹੋ ਸਕਣੇ। ਇੰਨਾ ਵੱਡੀ ਸੱਟ ਇਹਨਾਂ ਦੇ ਉੱਤੇ ਵੱਜੀ ਸੀ। ਅਤੇ ਹੁਣ ਖੁਸ਼ੀ ਦੀ ਖਬਰ ਇਹ ਆ ਕਿ ਕਰੂਜ਼ ਸ਼ਿਪ ਦੁਬਾਰਾ ਕੈਨੇਡੀਅਨ ਪੋਰਟਸ ਦੇ ਉੱਤੇ ਅਗਲੇ ਮਹੀਨੇ ਆਉਣੇ ਸ਼ੁਰੂ ਹੋ ਜਾਣਗੇ। ਇੱਕ ਰੂਲਸ ਜਿਹੜੇ ਆ ਸਰਕਾਰ ਨੇ ਜਾਰੀ ਕਰ ਦਿੱਤੇ ਆ ਕਿ ਇਹਨਾਂ ਗੱਲਾਂ ਦਾ ਖਿਆਲ ਰੱਖੋ ਤਾਂ ਤੁਸੀਂ ਇਹਦੇ ਵਿੱਚ ਟਰੈਵਲ ਕਰ ਸਕਦੇ ਹੋ। ਟਰਾਂਸਪੋਰਟ ਕੈਨੇਡਾ ਦੀ ਨਵੀਂ ਜਿਹੜੀ ਕੰਪ੍ਰੀਹੈਂਸਿਵ ਪਬਲਿਕ ਹੈਲਥ ਪਲਾਨ ਫਾਰ ਕਰੂਜ਼ ਸ਼ਿਪਸ ਆ, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਬੰਦਾ ਵੀ ਕਰੂਜ਼ ਦੇ ਉੱਤੇ ਜਾਣਾ ਚਾਹੁੰਦਾ, ਸਮੁੰਦਰੀ ਜਹਾਜ਼ ਦੇ ਵਿੱਚ ਸੈਰ ਸਪਾਟਾ ਕਰਨ ਦੇ ਲਈ ਜਾਣਾ ਚਾਹੁੰਦਾ, ਉਹਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਆ, ਤਾਂ ਹੀ ਉਹ ਜਾ ਸਕਦਾ ਆ। ਅਤੇ ਜਿਹੜੇ 12 ਸਾਲ ਤੋਂ ਘੱਟ ਪੈਸੰਜਰ ਆ ਉਹ, ਅਤੇ ਜਾਂ ਜਿਹਨਾਂ ਨੂੰ ਕੋਈ ਮੈਡੀਕਲ ਐਗਜ਼ੈਂਪਸ਼ਨ ਆ, ਉਹਨਾਂ ਨੂੰ ਕੋਈ ਨਾ ਕੋਈ ਛੋਟ ਦਿੱਤੀ ਜਾ ਸਕਦੀ ਹੈ ਇਸ ਵੈਕਸੀਨੇਸ਼ਨ ਤੋਂ। ਇਹਨਾਂ ਤੋਂ ਬਿਨਾਂ ਬਾਕੀ ਸਾਰਿਆਂ ਦਾ ਵੈਕਸੀਨ ਲਗਵਾਉਣੀ ਬਹੁਤ ਜ਼ਰੂਰੀ ਹੈ। ਪੈਸੰਜਰ ਜਿਹੜੇ ਆ ਉਹਨਾਂ ਨੂੰ ਨੈਗੇਟਿਵ ਕੋਵਿਡ-19 ਦਾ ਟੈਸਟ ਦਿਖਾਉਣਾ ਪਊਗਾ ਸ਼ਿਪ ਦੇ ਵਿੱਚ ਜਾਣ ਤੋਂ ਪਹਿਲਾਂ। ਮੋਲੀਕੂਲਰ ਟੈਸਟ ਜਿਹਦਾ PCR ਆ ਉਹ ਐਕਸੈਪਟ ਕੀਤਾ ਜਾਊਗਾ, ਅਤੇ 72 ਘੰਟੇ ਬੋਰਡਿੰਗ ਤੋਂ ਪਹਿਲਾਂ ਐਂਟੀਜਨ ਟੈਸਟ ਹੈਗਾ, ਜਾਂ ਜਿਹੜਾ ਐਂਟੀਜਨ ਟੈਸਟ ਆ ਉਹ 1 ਦਿਨ ਬੋਰਡਿੰਗ ਤੋਂ ਪਹਿਲਾਂ ਲਿਆ ਜਾ ਸਕਦਾ। ਟੈਸਟਿੰਗ ਰਿਕੁਆਇਰਮੈਂਟਸ ਤੋਂ ਬਿਨਾਂ ਕੁਛ ਹੋਰ ਨਿਯਮ ਵੀ ਆ ਜਿਹੜੇ ਸਰਕਾਰ ਹੁਣ ਇਸ ਵੇਲੇ ਕਹਿ ਰਹੀ ਹੈ ਕਿ ਉਹਨਾਂ ਨੂੰ ਤੁਹਾਨੂੰ ਧਿਆਨ 'ਚ ਰੱਖਣਾ ਪਊਗਾ। ਸਾਰੇ ਪੈਸੰਜਰਸ ਨੂੰ ਟ੍ਰਿਪ ਇਨਫੋਰਮੇਸ਼ਨ ਅਰਾਈਵ ਕੈਨ ਵੈਬਸਾਈਟ ਦੇ ਉੱਤੇ ਜਾ ਕੇ ਪਾਉਣੀ ਪਊਗੀ, ਅਤੇ ਉਹਦੇ ਉੱਤੇ ਜਿਹੜੀਆਂ ਵੀ ਉੱਥੇ ਦੀਆਂ ਲੋਕਲ ਜਾਂ ਪ੍ਰੋਵਿੰਸ਼ੀਅਲ ਗਾਈਡਲਾਈਨਸ ਆ ਉਹਨਾਂ ਨੂੰ ਫੋਲੋ ਕਰਨਾ ਪਊਗਾ। ਅਤੇ ਤੁਸੀਂ ਜਿਹੜੀਆਂ ਟੈਸਟਿੰਗ ਫੈਸਿਲਿਟੀ ਆ ਔਨ ਬੋਰਡ ਵੀ ਪੈਸੰਜਰਸ ਦੇ ਉੱਤੇ ਹੋਣਗੀਆਂ। ਕੁਛ ਨਾ ਕੁਛ ਜਿਹੜੀ ਕੋਵਿਡ-19 ਦੇ ਟੈਸਟ ਆ ਉਹ ਉੱਥੇ ਵੀ ਕੀਤੇ ਜਾ ਸਕਦੇ ਆ। ਫੈਡਰਲ ਟਰਾਂਸਪੋਰਟ ਮਿਨਿਸਟਰ ਨੇ ਇਹ ਗੱਲਾਂ ਬਾਤਾਂ ਦੱਸੀਆਂ ਅੱਜ ਸੋਮਵਾਰ ਨੂੰ ਸਵੇਰੇ ਹੈਲੀਫੈਕਸ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਕਰੂਜ਼ ਸ਼ਿਪਸ ਕੈਨੇਡਾ ਦੇ ਟੂਰਿਜ਼ਮ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਆ, ਅਤੇ ਇਹ ਹੁਣ ਦੁਬਾਰਾ ਸ਼ੁਰੂ ਹੋ ਰਿਹਾ ਆ, ਅਤੇ ਦੁਬਾਰਾ ਸਾਰਾ ਕੁਛ ਨੋਰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿੱਥੇ ਲੋਕਾਂ ਨੂੰ ਇਹਦੇ ਨਾਲ ਅਖਿਆਈ ਹੋਈ ਆ, ਉੱਥੇ ਟੂਰਿਜ਼ਮ ਦੀ ਇੰਡਸਟਰੀ ਨੂੰ ਬਹੁਤ ਵੱਡਾ ਜਿਹੜਾ ਘਾਟਾ ਇਹਦੇ ਨਾਲ ਪਿਆ ਆ। ਉਹ ਕਹਿੰਦੇ ਅਸੀਂ ਹੁਣ ਇਹਨਾਂ ਨੂੰ ਦੁਬਾਰਾ ਵੈਲਕਮ ਕਰਨ ਦੇ ਲਈ ਤਿਆਰ ਹਾਂ, ਅਤੇ ਇੱਥੇ ਆ ਕੇ ਹੁਣ ਲੋਕ ਦੁਬਾਰਾ ਫੇਰ ਇਹਨਾਂ ਸ਼ਿਪਸ ਦੇ ਵਿੱਚ ਜਾ ਸਕਣਗੇ। ਸਾਡੇ ਟਰਾਂਸਪੋਰਟ ਮਿਨਿਸਟਰ ਓਮਰ ਅਲ ਗਾਬਰਾ ਨੇ ਇਹ ਜਾਣਕਾਰੀ ਦਿੱਤੀ ਹੈ। ਔਰ ਇੱਥੇ ਇਹ ਵੀ ਦੱਸ ਦੇਣਾ ਜ਼ਰੂਰੀ ਆ ਕਿ ਕਰੂਜ਼ ਸ਼ਿਪ ਸੈਕਟਰ ਲਗਭਗ $40 ਬਿਲੀਅਨ ਕੈਨੇਡੀਅਨ ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰਦਾ, ਅਤੇ ਲਗਭਗ 30,000 ਦੇ ਲੋਕਾਂ ਨੂੰ ਇਹਦੇ ਨਾਲ ਰੁਜ਼ਗਾਰ ਮਿਲਦਾ।
रूस ਤੇ ਯੂਕਰੇਨ ਵਿਚਕਾਰ ਲੜਾਈ ਦਾ ਅੱਜ 12ਵਾਂ ਦਿਨ। ਯੂਕਰੇਨ ਯੁੱਧ ਨੂੰ ਲੈ ਕੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਕਹਿੰਦੇ ਸੁਣਵਾਈ ਸ਼ੁਰੂ ਹੋਈ ਆ। ਹਾਲਾਂਕਿ ਰੂਸ ਇਹਦੇ ਵਿੱਚ ਹਿੱਸਾ ਨਹੀਂ ਲੈ ਰਿਹਾ। 2 ਦਿਨ ਇਹ ਚੱਲਣੀ ਆ। ਜਿਹੜਾ ਰੂਸ ਆ ਉਹਨੇ ਪੂਰੇ ਯੂਕਰੇਨ ਦੇ ਵਿੱਚ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ। ਸੀਜ਼ ਫਾਇਰ 12:30 ਵਜੇ ਸ਼ੁਰੂ ਹੋਊਗਾ ਤੇ ਦੱਸਦੇ ਆ ਕਿ ਇਹਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਕੁਛ ਨਾ ਕੁਛ ਕੋਰੀਡੋਰ, ਜਿਹੜੇ ਹਿਊਮਨ ਕੋਰੀਡੋਰ ਆ, ਬਣਾਇਆ ਜਾਊਗਾ। ਪਰ ਇਹਦੇ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ। ਪੂਰੀ ਤਰ੍ਹਾਂ ਇਹਨੂੰ ਸੀਜ਼ ਫਾਇਰ ਨਹੀਂ ਕਿਹਾ ਜਾ ਰਿਹਾ। ਯੂਕਰੇਨ ਨੂੰ ਮੰਨਦਾ ਨਹੀਂ ਕਿ ਰੂਸ ਅਸਲ ਦੇ ਵਿੱਚ ਕਹਿ ਕੁਛ ਰਿਹਾ ਤੇ ਕਰ ਕੁਛ ਰਿਹਾ। ਦੂਜੀ ਵਾਰ ਆ ਜਦੋਂ ਯੂਕਰੇਨ ਨੇ ਰੂਸ ਨੇ ਯੂਕਰੇਨ ਦੇ ਵਿੱਚ ਜਿਹੜਾ ਸੀਜ਼ ਫਾਇਰ ਦਾ ਐਲਾਨ ਕੀਤਾ ਆ। ਪਹਿਲਾਂ 2 ਸ਼ਹਿਰਾਂ ਦੇ ਵਿੱਚ ਸੀਜ਼ ਫਾਇਰ ਕੀਤਾ ਗਿਆ ਸੀ। ਹਾਲਾਂਕਿ ਰੂਸ ਨੇ ਕੁਛ ਘੰਟਿਆਂ ਦੇ ਵਿੱਚ ਹੀ ਉਹਨੂੰ ਖਤਮ ਕਰਕੇ ਬੰਬਾਰੀ ਦੁਬਾਰਾ ਸ਼ੁਰੂ ਕਰ ਦਿੱਤੀ ਸੀ। ਹੁਣ ਸੀਜ਼ ਫਾਇਰ ਸ਼ੁਰੂ ਹੋਣ ਤੋਂ ਬਾਅਦ ਰੂਸ ਤੇ ਯੂਕਰੇਨ ਦੇ ਵਿੱਚ ਬੇਲਾਰੂਸ ਤੇ ਤੀਜੇ ਦੌਰ ਦੀ ਗੱਲਬਾਤ ਚੱਲ ਰਹੀ ਹੈ। ਬੇਲਾਰੂਸ ਦੇ ਵਿਦੇਸ਼ ਮੰਤਰੀ ਜਿਹੜੇ ਨੇ ਉਹਨਾਂ ਨੇ ਇਹਦੀ ਜਾਣਕਾਰੀ ਦਿੱਤੀ ਆ। 28 ਫਰਵਰੀ ਨੂੰ ਪਹਿਲਾਂ ਤੇ 3 ਮਾਰਚ ਨੂੰ ਫਿਰ ਇਸ ਮਾਮਲੇ ਦੇ ਵਿੱਚ ਗੱਲਬਾਤ ਹੋਈ ਸੀ, ਪਰ ਨਤੀਜੇ ਇਹਦੇ ਵਿੱਚੋਂ ਵੀ ਕੁਛ ਨਹੀਂ ਨਿਕਲੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ, ਉਹਨਾਂ ਦੇ ਜਿਹੜੇ ਪ੍ਰੈਸ ਸੈਕਟਰੀ ਆ, ਉਹਨਾਂ ਨੇ ਨਿਊਜ਼ ਏਜੰਸੀ ਰਾਊਟਰਸ ਦੇ ਨਾਲ ਗੱਲਬਾਤ ਕਰਕੇ ਦੱਸਿਆ ਕਿ ਯੂਕਰੇਨ ਰੂਸ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਆ ਤਾਂ ਅਸੀਂ ਸਾਰਾ ਕੁਝ ਹੁਣੇ ਹੀ ਰੋਕ ਦਿੰਦੇ ਹਾਂ। ਉਹ ਕਹਿੰਦੇ ਅਸੀਂ ਦੱਸ ਦਿੱਤਾ ਕਿ ਸਾਡੀਆਂ ਸ਼ਰਤਾਂ ਮੰਨਣ ਲਈ ਤਿਆਰ ਹੋ ਜਾਵੇ, ਅਸੀਂ ਇਹ ਕਾਰਵਾਈ ਐਸੇ ਵੇਲੇ ਜਿਹੜੀ ਮਿਲਟਰੀ ਆਪਰੇਸ਼ਨ ਜਿਹਨੂੰ ਉਹ ਨਾਂ ਦੇ ਰਿਹਾ ਉਹ ਬੰਦ ਕਰਨ ਦੇ ਲਈ ਤਿਆਰ ਹਾਂ। ਅਸੀਂ ਸਾਰਾ ਕੁਝ ਇੱਥੇ ਹੀ ਰੋਕ ਦਿਆਂਗੇ। ਉਧਰਲੇ ਪਾਸੇ ਇਹ ਲਗਾਤਾਰ 24 ਜਿਹੜਾ ਫਰਵਰੀ ਤੋਂ ਸ਼ੁਰੂ ਹੋਇਆ, 6 ਮਾਰਚ ਤੱਕ 406 ਨਾਗਰਿਕ ਮਾਰੇ ਜਾ ਚੁੱਕੇ ਆ। 801 ਦੱਸਦੇ ਆ ਕਿ ਜ਼ਖਮੀ ਹੋਏ ਆ। ਅੱਜ ਸਵੇਰੇ, ਸੋਮਵਾਰ ਸਵੇਰੇ, ਰੂਸ ਨੇ ਯੂਕਰੇਨ ਦੇ ਖਾਰਕੀਵ ਸ਼ਹਿਰ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਲੋਕ ਪਹਿਲਾਂ ਹੀ ਬੰਕਰਾਂ ਦੇ ਵਿੱਚ ਸਮੇਤ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚ ਚੁੱਕੇ ਆ, ਪਰ ਬਹੁਤ ਸਾਰੇ ਲੋਕ ਇਹਦੇ ਵਿੱਚ ਫਸੇ ਆ। ਹੁਣ ਤੱਕ ਇਹ ਵੀ ਦੱਸਿਆ ਜਾ ਚੁੱਕਿਆ ਕਿ 15 ਲੱਖ ਦੇ ਕਰੀਬ ਲੋਕ ਇਹਦੇ ਵਿੱਚੋਂ ਬਾਹਰ ਯੂਕਰੇਨ ਦੇ ਵਿੱਚੋਂ ਜਾ ਚੁੱਕੇ ਆ। ਔਰ ਇਹਦੇ ਨਾਲ ਹੀ ਹੁਣ ਇਸ ਗੱਲ ਦੀ ਵੀ ਆਲੋਚਨਾ ਹੋ ਰਹੀ ਹੈ। ਯੂਕਰੇਨ ਨੇ ਇਹਨੂੰ, ਜਿਹੜੀ ਉਹਨਾਂ ਨੇ ਸੀਜ਼ ਫਾਇਰ ਦੀ ਗੱਲਬਾਤ ਕਰ ਰਿਹਾ, ਰੂਸ ਇਹਨੂੰ ਕ੍ਰਿਟੀਸਾਈਜ਼ ਕੀਤਾ ਕਿ ਜਿਹੜੀ ਹਿਊਮਨਿਟੇਰੀਅਨ ਕੋਰੀਡੋਰ ਦੀ ਉਹ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਸਿਵਿਲੀਅਨਸ ਨੇ ਉਹਨਾਂ ਨੂੰ ਰੂਸ ਤੇ ਬੇਲਾਰੂਸ ਦੇ ਵਿੱਚੋਂ ਜਿਹੜਾ ਆ ਉੱਧਰ ਨੂੰ ਕੱਢਿਆ ਜਾਵੇ। ਉਹ ਕਹਿੰਦੇ ਇਹਦੇ ਉੱਤੇ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ। ਸੋ ਜਿਹੜਾ ਗੱਲਾਂ ਬਾਤਾਂ ਹੋਈਆਂ ਬੇਲਾਰੂਸ ਬਾਰਡਰ ਦੇ ਨੇੜੇ 4 ਘੰਟੇ ਦੱਸਦੇ ਆ ਇਹ ਚੱਲੀ। ਕੋਈ ਵੱਡੀ ਇਹਦੇ ਵਿੱਚੋਂ ਗੱਲਬਾਤ ਸਾਹਮਣੇ ਨਹੀਂ ਆਈ ਤੇ ਲੱਗਦਾ ਆ ਕਿ ਅਜੇ ਤੱਕ ਇਹ ਸਾਰਾ ਕੁਝ ਐਸੇ ਤਰ੍ਹਾਂ ਚੱਲੂਗਾ। ਤੇ ਹੁਣ ਇਹ ਲੜਾਈ ਜਿੰਨਾ ਚਿਰ ਨਹੀਂ ਖਤਮ ਹੁੰਦੀ, ਜਿੰਨਾ ਚਿਰ ਰਸ਼ੀਆ, ਰੂਸ ਇਸ ਗੱਲ ਦੇ ਲਈ ਤਿਆਰ ਨਹੀਂ ਹੁੰਦਾ ਕਿ ਅਸੀਂ ਇੱਥੋਂ ਪਿੱਛੇ ਹਟ ਜਾਂਦੇ ਹਾਂ, ਯੂਕਰੇਨ ਦੀ ਉਸ ਤਰੀਕੇ ਨਾਲ ਸਾਥ ਨਹੀਂ ਦਿੱਤਾ ਜਾ ਰਿਹਾ ਜਿਸ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ। ਜਿਹੜੀਆਂ ਪਾਬੰਦੀਆਂ ਉਹਦੇ ਉੱਤੇ ਲਾਈਆਂ ਜਾ ਰਹੀਆਂ ਰਸ਼ੀਆ ਦੇ ਉੱਤੇ, ਉਹਦੇ ਨਾਲ ਹੌਲੀ ਹੌਲੀ ਉਹਨਾਂ ਦੇ ਉੱਤੇ ਅਸਰ ਜ਼ਰੂਰ ਪੈਣਾ ਸ਼ੁਰੂ ਹੋਊਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਵੀ ਅੱਜ ਅਨਾਊਂਸ ਕੀਤਾ ਕਿ ਸੈਂਕਸ਼ਨਸ ਹੋਰ ਉਹਨਾਂ ਨੇ ਲਾ ਦਿੱਤੀਆਂ 10 ਰਸ਼ੀਅਨ ਪੋਲੀਟੀਕਲ ਤੇ ਬਿਜ਼ਨਸ ਲੀਡਰਸ ਦੇ ਉੱਤੇ, ਕਿ ਵਲਾਦੀਮੀਰ ਪੁਤਿਨ ਜਾਂ ਉਹਨਾਂ ਦੇ ਉੱਤੇ ਲਾਉਣ ਦੇ ਨਾਲ ਨਾਲ 10 ਹੋਰ ਜਿਹੜੇ ਉਹਨਾਂ ਦੇ ਟੌਪ ਦੇ ਲੀਡਰ ਆ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਕਿ ਇਹਨਾਂ ਦੇ ਉੱਤੇ ਵੀ ਇਹ ਪਾਬੰਦੀਆਂ ਲੱਗਣਗੀਆਂ, ਜਿਹਦੇ ਵਿੱਚ ਅਲੈਕਸੇਈ ਨਵਲਨੀ ਵੀ ਸ਼ਾਮਲ ਆ, ਜਿਹੜੇ ਜੇਲ੍ਹ ਦੇ ਵਿੱਚ ਆ। ਰਸ਼ੀਆ ਦੇ ਵਿੱਚ ਅਪੋਜੀਸ਼ਨ ਦੇ ਲੀਡਰ ਆ ਤੇ ਵਲਾਦੀਮੀਰ ਪੁਤਿਨ ਦੇ ਖਾਸ ਵਿਰੋਧੀ ਮੰਨੇ ਜਾਂਦੇ ਆ, ਉਹਨਾਂ ਦੇ ਮੇਨ ਰਾਈਵਲ ਨੇ ਇਹ ਉੱਥੇ, ਉਹਨਾਂ ਦੇ ਉੱਤੇ ਉਹਨਾਂ ਦਾ ਨਾਂ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ। 10 ਇੰਡੀਵਿਜੂਅਲਸ, 10 ਵਿਅਕਤੀਆਂ ਦੇ ਉੱਤੇ ਕੈਨੇਡਾ ਨੇ ਇਹ ਪਾਬੰਦੀ ਲਾ ਦਿੱਤੀ ਹੈ। ਹੁਣ ਇਹਨਾਂ ਪਾਬੰਦੀਆਂ ਦਾ ਉਹਨਾਂ ਦੇ ਉੱਤੇ ਕੋਈ ਅਸਰ ਹੁੰਦਾ, ਇਹਨਾਂ ਸੈਂਕਸ਼ਨਸ ਦਾ ਹੁੰਦਾ ਜਾਂ ਨਹੀਂ ਹੁੰਦਾ। ਇੱਕ ਨਿਊਜ਼ ਕਾਨਫਰੰਸ ਲੰਡਨ ਦੇ, ਇੰਗਲੈਂਡ ਦੇ ਵਿੱਚ ਜਸਟਿਨ ਟਰੂਡੋ ਹੋਰਾਂ ਨੇ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਕੀਤੀ ਹੈ। ਉਹਦੇ ਵਿੱਚ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਤੇ ਡੱਚ ਪ੍ਰਾਈਮ ਮਿਨਿਸਟਰ ਮਾਰਕ ਰੂਟ ਦੇ ਨਾਲ ਉਹ ਉੱਥੇ ਆਏ ਆ ਤੇ ਗੱਲਬਾਤ ਕੀਤੀ ਹੈ। 3 ਲੀਡਰ ਇਕੱਠੇ ਖੜੇ ਹੋਏ ਆ ਉੱਥੇ ਤੇ ਇਹਨਾਂ ਨੇ ਰੂਸ ਦੇ ਇਸ ਹਮਲੇ ਦੀ ਨਿੰਦਾ ਕੀਤੀ ਹੈ, ਜਿਹੜਾ ਕਿ ਅਜੇ ਤੱਕ ਜਾਰੀ ਹੈ। ਇਹਦੇ ਵਿੱਚ ਕੈਨੇਡਾ, ਯੂਕੇ ਤੇ ਨੀਦਰਲੈਂਡ ਨੇ ਅਨਾਊਂਸ ਕੀਤਾ ਕਿ ਨਵੀਆਂ ਜਿਹੜੀਆਂ ਕੰਡੀਸ਼ਨਸ ਆ ਉਹ ਇਹਨਾਂ ਦੇ ਉੱਤੇ ਲਾਉਣਗੇ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਜਸਟਿਨ ਟਰੂਡੋ ਹੋਰਾਂ ਨੇ ਇਹ ਵੀ ਹਿੰਟ ਕੀਤਾ ਕਿ ਉਹ ਜਿਹੜੀ ਕੈਨੇਡੀਅਨ ਮਿਲਟਰੀ ਹੈ ਇਹਦੇ ਲਈ ਫੰਡਿੰਗ ਵੀ ਵਧਾ ਰਹੇ ਆ। ਸਰਕਾਰ ਨੇ ਪਹਿਲਾਂ ਹੀ ਕਾਫੀ ਬੂਸਟ ਕੀਤਾ ਸੀ ਆਰਮਡ ਫੋਰਸਿਸ ਨੂੰ ਤੇ ਹੁਣ ਕਿਹਾ ਕਿ ਹੁਣ ਕਿਉਂਕਿ ਇਹਦਾ ਕੰਟੈਕਸਟ ਬਦਲ ਗਿਆ ਹੈ, ਇਸ ਕਰਕੇ ਇਸ ਪਾਸੇ ਫੰਡਿੰਗ ਹੋਰ ਵਧਾਈ ਜਾ ਸਕਦੀ ਆ। ਉਹ ਲੰਡਨ ਦੇ ਵਿੱਚ ਆ ਇਸ ਵੇਲੇ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜਾ ਜੌਨਸਨ ਤੇ ਰੂਟ ਦਾ ਕਨਫਲਿਕਟ ਆ ਉਹਦੇ ਵਿੱਚ ਉਹਨੂੰ ਡਿਸਕਸ ਕਰ ਰਹੇ ਆ। ਉਹ ਕਹਿੰਦੇ ਅਸੀਂ ਜਿਹੜਾ ਉਹਨਾਂ ਨੇ ਇਹਨਾਂ ਦੋਵਾਂ ਲੀਡਰਾਂ ਨੂੰ ਇਕੱਲਿਆਂ ਨੂੰ ਵੀ ਮਿਲਿਆ ਤੇ ਫਿਰ ਇਕੱਠਿਆਂ ਨੂੰ ਵੀ ਮਿਲਿਆ ਤੇ ਜਿਹੜੀ ਉਹ ਗੱਲਬਾਤ ਉਹਨਾਂ ਦੇ ਨਾਲ ਕੀਤੀ ਆ ਤੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਅਸੀਂ ਇਸ ਔਖੇ ਸਮੇਂ ਦੇ ਵਿੱਚ ਯੂਕਰੇਨ ਦੇ ਨਾਲ ਖੜੇ ਹਾਂ। ਯੂਕਰੇਨ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਲੋਕਾਂ ਦੇ ਲਈ ਯਤਨ ਕੀਤੇ ਜਾ ਰਹੇ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਦਦ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਆ। ਸੋ ਜਿਹੜੀ ਇਹ ਤੋਂ ਪਹਿਲਾਂ ਕਿ ਉਹਨਾਂ ਨੇ ਜਦੋਂ ਨਿਊਜ਼ ਕਾਨਫਰੰਸ ਕਰਨੀ ਸੀ ਜਸਟਿਨ ਟਰੂਡੋ ਹੋਰਾਂ ਨੇ, ਉਹ ਕੁਈਨ ਐਲਿਜ਼ਾਬੈਥ ਨੂੰ ਵਿੰਡਸਰ ਕੈਸਲ ਦੇ ਵਿੱਚ
ਉੱਥੇ ਵੀ ਗਏ ਆ। ਪਹਿਲੀ ਵਾਰ ਇਨ ਪਰਸਨ ਉਹਨਾਂ ਦੀ ਇੰਗੇਜਮੈਂਟ ਸੀਗੀ ਕੋਵਿਡ ਤੋਂ ਰਿਕਵਰ ਹੋਣ ਤੋਂ ਬਾਅਦ। ਜਿਹੜੇ ਪ੍ਰਾਈਮ ਮਿਨਿਸਟਰ ਨੇ ਸਾਡੇ ਉਹ ਲੈਟਵੀਆ ਦੇ ਵਿੱਚ ਹੋਣਗੇ ਐਸੇ ਹਫਤੇ ਦੇ ਵਿੱਚ ਅੱਗੇ ਜਾ ਕੇ, ਤੇ ਉੱਥੇ ਲੀਡਰਸ ਨੂੰ ਮਿਲਣਗੇ ਉਹਨਾਂ ਦੇ ਨਾਲ। ਜਰਮਨੀ ਦੇ ਵਿੱਚ ਜਾਣਗੇ, ਪੋਲੈਂਡ ਦੇ ਲੀਡਰਾਂ ਨੂੰ ਮਿਲਣਗੇ, ਸੈਕਟਰੀ ਜਨਰਲ ਜਿਹੜੇ ਨੈਟੋ ਦੇ ਨੇ ਉਹਨਾਂ ਨੂੰ ਵੀ ਮਿਲਣਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨਗੇ। ਕੈਨੇਡਾ ਦੇ ਫੋਰਨ ਅਫੇਅਰ ਮਿਨਿਸਟਰ ਨੇ ਮਲੀਨਾ ਜੋਲੀ, ਉਹਨਾਂ ਨੇ ਉਹ ਰੋਮਾਨੀਆ ਦੇ ਵਿੱਚ ਨੇ ਅੱਜ ਸੋਮਵਾਰ ਤੋਂ, ਉੱਥੇ ਗੱਲਬਾਤ ਕਰ ਰਹੇ ਆ ਜਿਹੜੀ ਸਿਕਿਉਰਿਟੀ ਸਿਚੁਏਸ਼ਨ ਆ ਈਸਟਰਨ ਯੂਰਪ ਦੀ, ਤੇ ਕੈਨੇਡਾ ਕਿਸ ਤਰੀਕੇ ਨਾਲ ਯੂਕਰੇਨ ਦੇ ਨਾਲ ਅਸਿਸਟ ਕਰ ਸਕਦਾ ਉਹ ਵੀ ਉੱਥੇ ਗੱਲਬਾਤ ਕਰ ਰਹੇ ਆ। ਪਿਛਲੇ ਹਫਤੇ ਇਹ ਜਿਹੜੇ ਸਾਡੇ ਮਿਨਿਸਟਰ ਨੇ ਇਹ ਉੱਥੇ ਪਹੁੰਚੇ ਸੀ ਮੀਟਿੰਗ ਦੇ ਲਈ ਨੈਟੋ ਦੇ ਨਾਲ, ਯੂਰਪੀਅਨ ਕਮਿਸ਼ਨ ਅਫੀਸ਼ੀਅਲਸ ਦੇ ਨਾਲ, ਜਿਹੜਾ ਜੋ ਕੁਛ ਇਸ ਵੇਲੇ ਹੋ ਰਿਹਾ ਆ ਉਹਦੀ ਸਿਚੁਏਸ਼ਨ ਨੂੰ ਦੇਖਣ ਦੇ ਲਈ ਉਹ ਯਤਨ ਕਹਿੰਦੇ ਉਹ ਜਾਰੀ ਆ। ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਹਰਜੀਤ ਸਿੰਘ ਸੱਜਣ ਉਹਨਾਂ ਨੇ ਵੀ ਅਨਾਊਂਸ ਕੀਤੇ ਆਪਣੇ ਪਲਾਨ ਕਿ ਉਹ ਜਨੇਵਾ ਸਵਿਟਜ਼ਰਲੈਂਡ ਟਰੈਵਲ ਕਰ ਰਹੇ ਆ, ਤੇ ਉੱਥੇ ਯੂਨਾਈਟਿਡ ਨੇਸ਼ਨਸ ਤੇ ਦੂਜੇ ਇੰਟਰਨੈਸ਼ਨਲ ਜਿਹੜੇ ਪਾਰਟਨਰਸ ਨੇ ਉਹਨਾਂ ਦੇ ਨਾਲ ਮਿਲ ਕੇ ਇਸ ਯੂਕਰੇਨ ਨਾਲ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੀ ਜਨੇਵਾ ਦੇ ਵਿੱਚ ਅੱਜ ਉੱਥੇ ਮੀਟਿੰਗ ਸੀਗੀ, ਤੇ ਉਸ ਤੋਂ ਬਾਅਦ ਹੁਣ ਜਿਹੜੀਆਂ ਰਿਪੋਰਟਸ ਆ ਉਹ ਸਾਹਮਣੇ ਆਉਣਗੀਆਂ। ਰੂਸ ਨੇ ਫਿਰ ਰਸ਼ੀਆ ਨੇ ਅਨਾਊਂਸ ਕਰ ਦਿੱਤਾ ਜਿਹੜਾ ਅਗਲਾ ਸੀਜ਼ ਫਾਇਰ, ਪਰ ਇਹਦੇ ਉੱਤੇ ਕੋਈ ਵੀ ਗੱਲਬਾਤ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਕੈਨੇਡਾ ਦੇ ਨਾਲ ਯੂਕਰੇਨ ਦਾ ਸਬੰਧ ਬਹੁਤ ਨੇੜੇ ਦਾ ਆ। ਕੈਨੇਡਾ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਯੂਕਰੇਨ ਦੇ ਲੋਕ ਰਹਿੰਦੇ ਆ, ਇਹਨਾਂ ਦਾ ਆਧਾਰ ਵੀ ਖੇਤੀਬਾੜੀ ਆ, ਖੇਤੀਬਾੜੀ ਕਰਦੇ ਆ। ਬਹੁਤ ਵੱਡੀ ਯੂਕਰੇਨੀਅਨ ਕਮਿਊਨਿਟੀ ਇੱਥੇ ਹੈਗੀ ਆ। ਇਹ ਵੀ ਵਾਪਸ ਜਾਂਦੇ ਆ ਆਪਣੇ ਦੇਸ਼ ਦੇ ਵਿੱਚ, ਅਤੇ ਉੱਥੇ ਜਾ ਕੇ ਆਪਣੇ ਲੋਕਾਂ ਦੇ ਨਾਲ, ਇਹਨਾਂ ਦੇ ਭੈਣ ਭਰਾ ਰਿਸ਼ਤੇਦਾਰ ਉੱਥੇ ਹੈਗੇ ਆ, ਉਹਨਾਂ ਦੇ ਨਾਲ ਉੱਥੇ ਜਾ ਕੇ ਸਮਾਂ ਬਿਤਾਉਂਦੇ ਆ, ਫਿਰ ਵਾਪਸ ਇੱਥੇ ਆਉਂਦੇ ਆ। ਉਹ ਸਾਰੇ ਭਾਈਚਾਰੇ ਦੇ ਨਾਲ ਕੈਨੇਡਾ ਦੇ ਲੋਕ ਜਿਹੜੇ ਆ ਇਸ ਵੇਲੇ ਉਹਨਾਂ ਨੂੰ ਸਪੋਰਟ ਕਰ ਰਹੇ ਆ, ਉਹਨਾਂ ਦੀ ਮਦਦ ਕਰ ਰਹੇ ਆ, ਅਤੇ ਇਸ ਗੱਲ ਦੀ ਆਸ ਕਰ ਰਹੇ ਆ ਕਿ ਇਹ ਸਾਰਾ ਕੁਛ ਜਲਦੀ ਜਲਦੀ ਖਤਮ ਹੋਵੇ ਅਤੇ ਲੋਕ ਜਿੰਨੀ ਜਲਦੀ ਹੋ ਸਕਦਾ ਉਹਨਾਂ ਨੂੰ ਸੁੱਖ ਦਾ ਸਾਹ ਆਵੇ। ਅਤੇ ਰਸ਼ੀਆ ਸਿੱਧਾ ਸਿੱਧਾ ਕਹਿ ਰਿਹਾ ਕਿ ਜੇ ਅਮਰੀਕਾ ਮੇਰੇ ਮੁੱਢ ਦੇ ਵਿੱਚ ਆ ਕੇ ਆਪਣਾ ਸਾਰਾ ਇੰਤਜ਼ਾਮ ਕਰ ਲੈਂਦਾ ਤਾਂ ਅਸੀਂ ਚੁੱਪ-ਚਾਪ ਨਹੀਂ ਬੈਠ ਸਕਦੇ। ਵੱਖ-ਵੱਖ ਕੰਪਨੀਆਂ ਨੇ ਵੀ ਇਹਨਾਂ ਪਾਬੰਦੀਆਂ ਰੂਸ ਦੇ ਉੱਤੇ ਲਾਉਣੀਆਂ ਇਸੇ ਤਰ੍ਹਾਂ ਜਾਰੀ ਰੱਖੀਆਂ। ਮਾਸਟਰ ਕਾਰਡ ਅਤੇ ਵੀਜ਼ਾ ਇਹਨਾਂ ਦੋਵਾਂ ਨੇ ਆਪਣੇ ਆਪਰੇਸ਼ਨ ਰਸ਼ੀਆ ਦੇ ਵਿੱਚ ਬੰਦ ਕਰ ਦਿੱਤੇ ਆ। ਉਹ ਕਹਿੰਦੇ ਵੀ ਅਸੀਂ ਜਿਹੜਾ ਉੱਥੋਂ ਦਾ ਫਾਈਨੈਂਸ਼ੀਅਲ ਸਿਸਟਮ ਆ ਉਹਦੇ ਵਿੱਚੋਂ ਬਾਹਰ ਆ ਗਏ ਆ, ਕਿਉਂਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ। ਮਾਸਟਰ ਕਾਰਡ ਨੇ ਕਿਹਾ ਕਿ ਜਿਹੜਾ ਰਸ਼ੀਅਨ ਬੈਂਕਸ ਜਿਹੜਾ ਵੀ ਮਾਸਟਰ ਕਾਰਡ ਇਸ਼ੂ ਕੀਤਾ ਹੈ ਉਹ ਹੁਣ ਨੈਟਵਰਕ ਦੇ ਵਿੱਚ ਨਹੀਂ ਹੈ ਅਤੇ ਉਹ ਨਹੀਂ ਚੱਲੂਗਾ ਉੱਥੋਂ ਦੇ ATMs ਦੇ ਉੱਤੇ ਹੀ। ਉਹ ਕਹਿੰਦੇ ਅਸੀਂ ਇਹ ਫੈਸਲਾ ਬਹੁਤ ਸੌਖਿਆ ਨਹੀਂ ਲੈ ਰਿਹਾ। ਮਾਸਟਰ ਕਾਰਡ ਇਹ ਗੱਲਬਾਤ ਦੱਸ ਰਹੇ ਆ, ਇਹ ਕੰਪਨੀ ਇਹ ਗੱਲਬਾਤ ਦੱਸ ਰਹੀ ਆ ਕਿ ਬਹੁਤ ਔਖਾ ਫੈਸਲਾ ਸੀ। ਇਸੇ ਤਰ੍ਹਾਂ ਵੀਜ਼ਾ ਵੀ ਇਹ ਗੱਲ ਕਹਿ ਰਹੇ ਆ ਕਿ ਅਸੀਂ ਕਲਾਇੰਟਸ ਦੇ ਨਾਲ ਜਿਹੜੇ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਰਸ਼ੀਆ ਨੂੰ ਇਹ ਸਾਰੀਆਂ ਵੀਜ਼ਾ ਟ੍ਰਾਂਜੈਕਸ਼ਨ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ ਹੋ ਜਾਣਗੀਆਂ। ਬਹੁਤ ਵੱਡੇ ਇਹ ਫੈਸਲੇ ਨੇ। ਦੋਵਾਂ ਵੱਡੀਆਂ ਕੰਪਨੀਆਂ ਮਾਸਟਰ ਕਾਰਡ ਅਤੇ ਵੀਜ਼ਾ ਨੇ ਲਗਭਗ 15-16 ਮਿੰਟ ਦੇ ਫਰਕ ਨਾਲ ਅਨਾਊਂਸਮੈਂਟ ਕੀਤੀ ਹੈ ਪ੍ਰਾਈਵੇਟ ਵੀਡੀਓ ਕਾਲ ਦੇ ਵਿੱਚ, ਅਤੇ ਇਹਨੂੰ ਵੀ ਬਹੁਤ ਵੱਡੀ ਇੱਕ ਮੰਨਿਆ ਜਾ ਰਿਹਾ ਕਿ ਇਹਦੇ ਨਾਲ ਵੀ ਰੂਸ ਦੇ ਉੱਤੇ ਬਹੁਤ ਸਾਰਾ ਅਸਰ ਪਊਗਾ। ਅੱਜ 7 ਮਾਰਚ ਆ। 7 ਮਾਰਚ ਨੂੰ ਕੈਨੇਡਾ ਦਾ ਇੱਕ ਦੁਖਾਂਤ ਇਸ ਦਿਨ ਦੇ ਨਾਲ ਜੁੜਿਆ। 7 ਮਾਰਚ 2007 ਨੂੰ ਐਬਸਫੋਰਡ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ। ਇੱਕ ਵੈਨ ਦੇ ਐਕਸੀਡੈਂਟ ਦੇ ਵਿੱਚ 3 ਔਰਤਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਸੀ। ਬਹੁਤ ਸਾਰੇ ਫਾਰਮਸ ਜਿਹੜੇ ਐਬਸਫੋਰਡ ਦੇ ਇਲਾਕੇ ਦੇ ਵਿੱਚ ਫਰੇਜ਼ਰ ਵੈਲੀ ਦੇ ਵਿੱਚ ਹੈਗੇ ਆ, ਬਹੁਤ ਸਾਰੇ ਫਾਰਮ ਪੰਜਾਬੀ ਭਾਈਚਾਰੇ ਦੇ ਨੇ। ਜ਼ਿਆਦਾਤਰ ਫਾਰਮ ਪੰਜਾਬੀ ਭਾਈਚਾਰੇ ਦੇ ਕੋਲ ਆ। ਪੰਜਾਬੀ ਭਾਈਚਾਰਾ ਜਿਹੜਾ ਇੱਥੇ ਰਹਿਣ ਆਉਂਦਾ ਉਹ ਫਾਰਮਾਂ ਦੇ ਵਿੱਚ ਕੰਮ ਕਰਦਾ, ਬੇਰੀ ਦੇ ਫਾਰਮਾਂ ਦੇ ਵਿੱਚ, ਗ੍ਰੀਨ ਹਾਊਸਿਸ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਵਿੱਚ। 2007 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਹਦੇ ਵਿੱਚ 3 ਔਰਤਾਂ ਦੀ ਮੌਤ ਹੋ ਜਾਂਦੀ ਆ, ਅਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਜਿਹੜਾ ਫਰੈਂਡਸ਼ਿਪ ਗਾਰਡਨ ਉੱਥੇ ਐਬਸਫੋਰਡ ਦੇ ਵਿੱਚ ਜਿਹੜਾ ਉੱਥੇ ਇੱਕ ਗੋਲਡਨ ਟਰੀ ਬਣਾਇਆ ਜਾਂਦਾ। ਕੁਛ ਆਰਟਿਸਟ ਇੱਕ ਗੋਲਡਨ ਟਰੀ ਉਹਨਾਂ 3 ਔਰਤਾਂ ਦੀ ਯਾਦ ਦੇ ਵਿੱਚ 22 ਫੁੱਟ ਉੱਚਾ ਇੱਕ ਸੇਬ ਦੇ ਦਰਖਤ ਦਾ ਜਿਹੜੀ ਨਕਲ ਉਹਨੂੰ ਬਣਾਉਂਦੇ ਆ, ਅਤੇ ਉਹਦੇ ਵਿੱਚ 3 ਔਰਤਾਂ ਦੇ ਚਿਹਰੇ ਨਜ਼ਰ ਆਉਂਦੇ ਆ। ਕ੍ਰਿਸਚੀਨੀਆ ਅਤੇ ਡੀਨ ਲੌਜ਼ ਇੱਕ ਕਪਲ ਆ ਜਿਨ੍ਹਾਂ ਨੇ ਇਹ ਮਿਸ਼ਨ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੇ ਇਹ ਗੋਲਡਨ ਟਰੀ ਉੱਥੇ ਬਣਾਇਆ। ਇਸ ਘਟਨਾ ਦੇ ਵਿੱਚ 52 ਸਾਲਾ ਅਮਰਜੀਤ ਕੌਰ ਬੱਲ ਦੀ ਮੌਤ ਹੋਈ ਸੀ। 41 ਸਾਲਾ ਸੁਖਵਿੰਦਰ ਕੌਰ ਪੂਨੀਆ ਦੀ ਮੌਤ ਹੋਈ ਸੀ, ਅਤੇ 31 ਸਾਲ ਦੀ ਸਰਬਜੀਤ ਕੌਰ ਸਿੱਧੂ ਦੀ ਮੌਤ ਹੋਈ ਸੀ 7 ਮਾਰਚ 2007 ਨੂੰ, ਜਦੋਂ ਇਹ ਕੰਮ ਦੇ ਉੱਤੇ ਜਾ ਰਹੀਆਂ ਸੀ। ਹਾਈਵੇ 1 ਦੇ ਉੱਤੇ ਐਕਸੀਡੈਂਟ ਹੋਇਆ ਸੀ। ਐਕਸੀਡੈਂਟ ਕੋਈ ਨਵੀਂ ਗੱਲ ਨਹੀਂ ਹੈ, ਕੈਨੇਡਾ ਦੇ ਵਿੱਚ ਵੀ ਐਕਸੀਡੈਂਟ ਹੁੰਦੇ ਆ। ਦੁਨੀਆ ਦਾ ਕੋਈ ਵੀ ਹਿੱਸਾ, ਕੋਈ ਵੀ ਸਿਸਟਮ ਇਹਨਾਂ ਐਕਸੀਡੈਂਟਸ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਦੁਰਘਟਨਾਵਾਂ ਅਕਸਰ ਕਿਤੇ ਨਾ ਕਿਤੇ ਵਾਪਰਦੀਆਂ ਰਹਿੰਦੀਆਂ, ਅਤੇ ਇਸ ਐਕਸੀਡੈਂਟ ਦੀ ਭੇਟ ਬੱਲ, ਪੂਨੀਆ ਅਤੇ ਸਿੱਧੂ ਜਿਹੜੀਆਂ ਉਹ ਇਹਦੀ ਭੇਟ ਚੜ੍ਹ ਗਈਆਂ।
ਹੋਇਆ ਇਹ ਕਿ ਡਰਾਈਵਰ ਦਾ ਕੰਟਰੋਲ ਵੈਨ ਦੇ ਵਿੱਚ ਚਲਿਆ ਗਿਆ। ਐਕਸੀਡੈਂਟ ਬਹੁਤ ਸਾਰੇ ਹੁੰਦੇ ਆ, ਪਰ ਇਸ ਐਕਸੀਡੈਂਟ ਦੇ ਵਿੱਚ ਕਾਰਨ ਹੋਰ ਦੱਸੇ ਜਾ ਰਹੇ ਆ ਕਿ ਜਿਹੜੀਆਂ ਉੱਥੇ ਜਿੰਨੀ ਵੈਨ ਦੇ ਵਿੱਚ ਬੈਠਣ ਵਾਲੀ ਸੀਟਾਂ ਦੀ ਕਪੈਸਿਟੀ ਸੀ ਉਹਦੇ ਤੋਂ ਜ਼ਿਆਦਾ ਉਹਦੇ ਵਿੱਚ ਉਹਨਾਂ ਨੇ ਬਿਠਾਇਆ ਸੀ। ਜੇਕਰ ਉਹਦੇ ਵਿੱਚ ਔਰ ਨਾ ਉੱਥੇ ਸੀਟ ਬੈਲਟ ਸੀ, ਸਾਰਿਆਂ ਦੇ ਲੱਕੜ ਦੇ ਬੈਂਚ ਰੱਖ ਕੇ ਉਹਦੇ ਵਿੱਚ ਉਸ ਤਰੀਕੇ ਦੇ ਨਾਲ ਬੈਠਣ ਦੇ ਲਈ ਇੱਕ ਦੇਸੀ ਪ੍ਰਬੰਧ ਕੀਤਾ ਗਿਆ ਸੀ ਜਿਹੜਾ ਕਿ ਬਹੁਤ ਖਤਰਨਾਕ ਸੀ। ਸੋ 17 ਜਣੇ ਕੁੱਲ ਉਸ ਵੈਨ ਦੇ ਵਿੱਚ ਬਿਠਾਏ ਸੀ, ਜਿਹਦੇ ਵਿੱਚ 17 ਜਣਿਆਂ ਦੇ ਬੈਠਣ ਦੀ ਕਪੈਸਿਟੀ ਨਹੀਂ ਸੀ। ਨਾ ਉਹਦੇ ਟਾਇਰ ਠੀਕ ਸੀ, ਨਾ ਚਲਾਉਣ ਵਾਲੇ ਕੋਲ ਪ੍ਰੋਪਰ ਡਰਾਈਵਿੰਗ ਲਾਇਸੈਂਸ ਸੀ, ਅਤੇ ਉਹ ਲਗਾਤਾਰ ਇਸ ਤਰੀਕੇ ਨਾਲ ਵੈਨ ਦੇ ਵਿੱਚ ਵਰਕਰਸ ਨੂੰ ਲੱਦ ਕੇ ਲਿਜਾ ਰਿਹਾ ਸੀ, ਅਤੇ ਜਿਹਦੇ ਕਾਰਨ ਇਹ ਘਟਨਾ ਵਾਪਰ ਗਈ, ਦੁਰਘਟਨਾ ਵਾਪਰ ਗਈ। ਜਿਹਦੇ ਤੋਂ ਬਾਅਦ ਪੂਰੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਸੀ ਕਿ ਇਹਨਾਂ ਨੂੰ ਆਗਿਆ ਕੌਣ ਦਿੰਦਾ ਇਸ ਤਰੀਕੇ ਦੇ ਨਾਲ ਜਾਣ ਦੀ। ਕੋਈ ਉਸ ਵੇਲੇ ਕਿਤੇ ਸੀ, ਕੋਈ ਕਿਤੇ ਸੀ, ਕਿਸੇ ਨੇ ਆਪਣੇ ਤਰੀਕੇ ਦੇ ਨਾਲ ਉਸ ਸਿਚੁਏਸ਼ਨ ਨੂੰ ਦੇਖਿਆ। ਜਗਜੀਤ ਸਿੱਧੂ, ਉਹਨੂੰ ਆਪਣੀ ਵਾਈਫ ਦੀ ਮੌਤ ਦਾ ਪਤਾ ਲੱਗਿਆ ਜਦੋਂ, ਅਤੇ ਉਹ ਮਤਲਬ ਉੱਥੇ ਹੀ ਟਰੱਕ ਪਾਸੇ ਕਰਕੇ ਖੜ੍ਹਾ ਹੋ ਗਿਆ ਕਿ ਸਰਬਜੀਤ ਕੌਰ ਸਿੱਧੂ 31 ਸਾਲ ਉਹਦੀ ਉਮਰ, ਉਹਦੀ ਮੌਤ ਹੋ ਗਈ ਹੈ। ਕਿਸੇ ਨੂੰ ਰੇਡੀਓ ਤੋਂ ਪਤਾ ਲੱਗਿਆ, ਕਿਸੇ ਨੂੰ ਕਿਸੇ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਇਹ ਟਰਾਂਸ ਕੈਨੇਡਾ ਹਾਈਵੇ ਦੇ ਉੱਤੇ ਐਕਸੀਡੈਂਟ ਹੋਇਆ ਆ, ਜਿਹੜਾ 6:30 ਵਜੇ ਸਵੇਰੇ ਦੱਸਦੇ ਆ ਕਿ ਉਹਨੂੰ ਇਹ ਗੱਲ ਪਤਾ ਲੱਗਦੀ ਆ। ਪੁਲਿਸ ਨੇ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ। ਵਹੀਕਲ ਦੇ ਵਿੱਚ 17 ਜਣੇ ਪਾਏ ਗਏ। 15 ਪੈਸੰਜਰ ਦੇ ਲਈ ਉਹ ਲਾਇਸੈਂਸ ਸੀਗਾ, ਉਹ ਵੀ ਪ੍ਰੋਪਰ ਨਹੀਂ ਸੀ। ਇਸ ਤਰੀਕੇ ਨਾਲ ਲੋਕਾਂ ਦੇ ਜੀਵਨ ਦੇ ਨਾਲ ਖੇਡਿਆ ਜਾ ਰਿਹਾ ਸੀ। ਕੁਛ ਕਹਿੰਦੇ ਵੀ ਇਹ 10 ਲੋਕਾਂ ਦੇ ਲਈ ਸਿਰਫ ਡਿਜ਼ਾਈਨ ਕੀਤੀ ਗਈ ਸੀ। 17 10 ਦੀ ਥਾਂ ਦੇ ਉੱਤੇ 17 ਸਵਾਰੀਆਂ ਉਸ ਵੈਨ ਦੇ ਵਿੱਚੋਂ ਬਿਠਾਈਆਂ ਸੀ, ਉਹ ਵੀ ਬਿਨਾਂ ਸੀਟ ਬੈਲਟਾਂ ਤੋਂ। ਇਸ ਤਰੀਕੇ ਦੇ ਨਾਲ ਜਿਹੜਾ ਉਹ ਦੁਖਾਂਤ ਉਸ ਵੇਲੇ ਦੇ ਵਿੱਚ ਵਾਪਰਿਆ, ਉਹਦੇ ਬਾਰੇ ਉਹਨਾਂ ਦੇ ਵਿੱਚੋਂ ਇੱਕ ਔਰਤ ਜਿਹਦੀ ਇਹਦੇ ਵਿੱਚ ਮੌਤ ਹੋਈ ਸੀ, ਉਹਨਾਂ ਦੇ ਪਤੀ ਦੇ ਨਾਲ ਅਸੀਂ ਕੁਛ ਚਿਰ ਪਹਿਲਾਂ ਗੱਲਬਾਤ ਕੀਤੀ ਸੀ। ਜਦੋਂ ਵੀ 7 ਮਾਰਚ ਇਹ ਦਿਨ ਆਉਂਦਾ ਆ ਤਾਂ ਇਹਨਾਂ ਨੂੰ ਯਾਦ ਕਰਦੇ ਆ ਲੋਕ। 2 ਦਿਨ ਪਹਿਲਾਂ ਉੱਥੇ ਸਮਾਗਮ ਕੀਤਾ ਗਿਆ, ਜਿਹੜਾ ਗੋਲਡਨ ਟਰੀ ਆ ਉਹਦੇ ਉੱਤੇ ਇਹ ਇਕੱਠੇ ਹੋਏ ਮਿਨਿਸਟਰ, ਬਹੁਤ ਸਾਰੇ ਅਫੀਸ਼ੀਅਲਸ ਉੱਥੇ ਇਕੱਠੇ ਹੋਏ, ਅਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦਿਨ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾਂਦਾ। ਬਹੁਤ ਸਾਰੇ ਸਵਾਲ ਇਸ ਐਕਸੀਡੈਂਟ ਨੇ ਛੱਡੇ ਆ, ਜਿਨ੍ਹਾਂ ਦੇ ਕੁਝ ਜਵਾਬ ਅਸੀਂ ਜਗਜੀਤ ਸਿੰਘ ਸਿੱਧੂ ਹੁਣਾਂ ਨਾਲ ਗੱਲਬਾਤ ਕਰਕੇ, ਜਿਹੜੇ ਕਿ ਸਰਬਜੀਤ ਕੌਰ ਸਿੱਧੂ ਉਹਨਾਂ ਦੀ ਵਾਈਫ ਦੀ ਡੈਥ ਹੋਈ ਸੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ। ਤੁਹਾਡੇ ਲਈ ਉਹ ਗੱਲਬਾਤ ਪੇਸ਼ ਕਰਦੇ ਹਾਂ। ਐਬਸਫੋਰਡ ਗੋਲਡਨ ਟਰੀ ਦੇ ਸਾਹਮਣੇ ਮਾਰੀ ਗਈ ਇੱਕ ਔਰਤ, ਤਿੰਨਾਂ ਵਿੱਚੋਂ ਇੱਕ ਮਾਰੀ ਗਈ ਔਰਤ ਸਰਬਜੀਤ ਕੌਰ ਸਿੱਧੂ ਦੇ ਪਤੀ ਜਗਜੀਤ ਸਿੱਧੂ ਜੀ ਦੇ ਨਾਲ। ਇਹ ਸਾਰੇ ਕੁਛ ਦੇ ਪਿੱਛੇ ਕੀ ਕੁਛ ਹੋਇਆ ਸੀ, ਕੀ ਉਹ ਕਾਰਨ ਸੀ, ਕੀ ਕੌਣ ਦੋਸ਼ੀ ਸੀ, ਦੋਸ਼ੀਆਂ ਨੂੰ ਕਿੰਨੀਆਂ ਸਜ਼ਾਵਾਂ ਮਿਲੀਆਂ, ਕੀ ਉਹਦਾ ਬਣਿਆ, ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ। ਐਬਸਫੋਰਡ ਗੋਲਡਨ ਟਰੀ ਦੇ ਅੱਗੇ ਅਸੀਂ ਖੜ੍ਹੇ ਹਾਂ। ਜਗਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਅਤੇ ਤੁਹਾਡੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਤੁਸੀਂ ਇਸ ਗੋਲਡਨ ਟਰੀ ਬਾਰੇ ਅੱਜ ਲੋਕਾਂ ਨੂੰ ਦੱਸੋ। ਜਗਜੀਤ ਜੀ, ਕਦੋਂ ਐਕਸੀਡੈਂਟ, ਜਿੱਦਾਂ ਅਸੀਂ ਪੜ੍ਹਦੇ ਹਾਂ 7 ਮਾਰਚ 2007 ਨੂੰ ਹੋਇਆ ਸੀ, ਕੀ ਵੇਲਾ ਸੀ ਉਦੋਂ? ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ, ਔਰ ਤੁਹਾਡੀ ਵਾਈਫ ਉਦੋਂ ਕਿੱਥੇ ਜਾ ਰਹੀ ਸੀ? ਮੈਂ ਅਰਾਊਂਡ 6 ਵਜੇ ਕੰਮ 'ਤੇ 5 ਵਜੇ ਮੈਂ ਕੰਮ 'ਤੇ ਗਿਆ, ਅਤੇ ਮੈਂ ਟਰੱਕ ਚਲਾਉਂਦਾ ਸੀਗਾ, ਅਤੇ ਇਹ ਉਦੋਂ ਘੰਟਾ ਕੁ ਬਾਅਦ 6 ਵਜੇ ਇਹ ਗਈਆਂ ਕੰਮ 'ਤੇ, ਅਤੇ 6:15 ਵਜੇ ਜਦੋਂ ਹਾਈਵੇ 'ਤੇ ਵੈਨ ਐਂਟਰ ਕੀਤੀ ਹਾਈਵੇ 'ਤੇ, ਅਤੇ ਪਿੱਛੋਂ ਟਰੱਕ ਆਉਂਦਾ ਸੀ, ਉਹਦੇ ਨਾਲ ਟਕਰਾ ਗਈ। ਇਹ ਟਕਰਾ ਕੇ ਬੇਕਾਬੂ ਹੋ ਕੇ ਅਤੇ ਉਹ ਉੱਪਰ ਜੰਪ ਕਰਕੇ ਡਿਵਾਈਡਰ 'ਤੇ ਵੱਜੀ, ਅਤੇ ਉਹਦੇ ਨਾਲ ਇਹ ਹੋ ਗਿਆ, ਮਤਲਬ ਬਹੁਤ ਵੱਡਾ ਹਾਦਸਾ ਹੋ ਗਿਆ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਵੈਨ ਸੀ ਓਵਰਲੋਡ ਸੀ, ਓਵਰ ਸਪੀਡ ਸੀ, ਲਾਇਸੈਂਸ ਹੈ ਨਹੀਂ ਸੀ, ਉਹਦੀ ਇੰਸਪੈਕਸ਼ਨ ਡੁਪਲੀਕੇਟ ਸੀਗੀ, ਜਿਹਦੇ ਕਾਰਨ ਇਹ ਇੰਨੀ ਵੱਡਾ ਨੁਕਸਾਨ ਜਿਹੜਾ ਹੋਇਆ। ਜਿਹੜੇ 14 ਜਾਣੀਆਂ ਸੀਗੀਆਂ ਉਹ ਬਹੁਤ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ, ਅਤੇ ਇਹਨਾਂ ਦੀ 3 ਦੀ ਜਿਹੜੀ ਸੀ ਉਹ ਐਟ ਦੀ ਸਪੋਟ ਡੈਥ ਹੋ ਗਈ ਸੀ। ਤੁਹਾਡੀ ਵਾਈਫ ਦੀ ਏਜ ਕਿੰਨੀ ਸੀ ਉਦੋਂ? ਇਹਨਾਂ ਦੀ ਏਜ 31 ਸਾਲ ਸੀ, 31 ਈਅਰ ਓਲਡ ਸੀ ਮੇਰੀ ਵਾਈਫ ਉਦੋਂ। ਕੰਮ ਕਿੱਥੇ ਕਰਦੇ ਸੀ, ਕਿਹੜੇ ਫਾਰਮ ਫੈਕਟਰੀ 'ਚ? ਇਹ ਗ੍ਰੀਨ ਹਾਊਸ ਸੀ ਇੱਕ ਚਲਾਵੈਕ, ਉੱਥੇ ਕੰਮ 'ਤੇ ਠੇਕੇਦਾਰ ਦੇ ਰਾਹੀਂ ਜਾਂਦੀਆਂ ਹੁੰਦੀਆਂ ਸੀ, ਅਤੇ ਇਹਨਾਂ ਨੂੰ ਜਾਂਦੀਆਂ ਨੂੰ ਵੀ ਥੋੜ੍ਹਾ ਟਾਈਮ ਹੀ ਹੋਇਆ ਸੀ, ਕਿਸੇ ਨੂੰ 2 ਵੀਕਾਂ, ਕਿਸੇ ਨੂੰ ਮੈਂ ਜਿਹੜੀ ਅਮਰਜੀਤ ਜਾਂ ਸੁਖਵਿੰਦਰ ਸੀਗੀਆਂ,
ਦੋ ਜਾਣੀਆਂ ਹੋਰ ਡੈਥ ਹੋਈ ਸੀ ਜਿਨ੍ਹਾਂ ਦੀ ਉਹਨਾਂ 'ਚੋਂ ਉਹਨਾਂ ਨੂੰ ਇੱਕ ਦੋ ਦੋ ਦਿਨ ਹੀ ਹੋਏ ਸੀ ਅਜੇ ਕੰਮ 'ਤੇ ਜਾਂਦੀਆਂ ਨੂੰ। ਅਤੇ ਬਸ ਇਸ ਤਰ੍ਹਾਂ ਇਹ ਸਵੇਰੇ ਅਰਾਊਂਡ 6:15 ਵਜੇ ਹੋਇਆ ਅਤੇ ਮੌਕੇ 'ਤੇ ਇਹਨਾਂ ਦੀ ਡੈਥ ਹੋ ਗਈ ਸੀ। ਇਹ ਕਦੋਂ ਕੁ ਕੰਮ ਤੇ ਕਦੋਂ ਕੁ ਜਾਣ ਲੱਗੇ ਸੀਗੇ ਇੱਥੇ? ਉਹ ਤੋਂ ਪਹਿਲਾਂ ਕੀ ਕਰਦੇ ਸੀ? ਇਹ ਉਸ ਤੋਂ ਪਹਿਲਾਂ ਇੱਥੇ 264 ਤੇ ਗ੍ਰੀਨ ਹਾਊਸ ਸੀ, ਉੱਥੇ ਕੰਮ ਕਰਦੀ ਸੀਗੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਇੱਥੇ ਠੇਕੇਦਾਰ ਦੇ ਨਾਲ ਸੋਚਿਆ ਵੀ ਚਲੋ ਇਹ ਹੈਗਾ ਸੀਜ਼ਨ ਵਾਈਜ਼ ਵਰਕ ਹੈਗਾ। ਅਤੇ ਮੈਂ ਉੱਥੇ ਜਾ ਕੇ ਅਤੇ ਥੋੜ੍ਹਾ ਚਿਰ ਬਾਅਦ ਮੈਨੂੰ ਉਹ ਲੇ ਆਫ ਵਗੈਰਾ ਲੈ ਕੇ ਅਤੇ ਜਵਾਕ ਜਲੇ ਸਾਂਭ ਲਾਂਗੇ, ਘਰੇ ਆਪਦਾ ਬੈਠਾਂਗੇ। ਅਤੇ ਉਹ ਇਹਨਾਂ ਦਾ ਮੇਰੇ ਖਿਆਲ ਇਹਨੂੰ ਤਾਂ ਦੂਜੀ ਵੀਕ ਹੀ ਸੀ ਕੰਮ 'ਤੇ ਜਾਂਦੀ ਨੂੰ, ਸੈਕਿੰਡ ਵੀਕ ਹੀ ਸੀ। ਬੱਚੇ ਕਿੰਨੇ ਜੀ? 3 ਬੱਚੇ ਸੀ। ਬੱਚੇ ਬਹੁਤ ਛੋਟੇ ਸੀਗੇ ਜੀ ਉਦੋਂ। ਜਿਹੜਾ ਮੁੰਡਾ ਸੀ ਉਹ 15 ਮਹੀਨੇ ਦਾ ਹੀ ਸੀ ਅਤੇ ਕੁੜੀ 3 ਸਾਲ ਦੀ ਸੀ। ਉਸ ਤੋਂ ਵੱਡੀ ਕੁੜੀ 7.5 ਸਾਲ ਦੀ ਸੀ ਜਿਸ ਦਿਨ ਇਹ ਹੋਇਆ ਹਾਦਸਾ। ਅਤੇ ਮਤਲਬ ਇਸ ਤਰ੍ਹਾਂ ਉਹ ਅਸੀਂ ਜਿਹੜਾ ਹੁਣ ਸੁਣਦੇ ਹਾਂ ਕਿ ਉਹ ਵੈਨ ਦੇ ਵਿੱਚ ਬੈਂਚ ਪਏ ਸੀ ਜਿਹਦੇ 'ਤੇ ਬੈਠੇ ਸੀ, ਕੋਈ ਸੀਟ ਬੈਲਟ ਨਹੀਂ ਸੀ ਜਾਂ ਸਿਰਫ 2 ਸੀਟ ਬੈਲਟਾਂ ਸੀ, ਇਹ ਸੱਚ? ਹਾਂਜੀ, ਇਹਦੇ 'ਚ ਕੋਈ ਵੀ ਸੀਟ ਨਹੀਂ ਸੀਗੀ। ਸੀਟਾਂ ਦੀ ਥਾਂ ਦੇ ਉੱਪਰ ਬੈਂਚ, ਲੱਕੜ ਦੇ ਬੈਂਚ ਬਣਾ ਕੇ ਲਾਏ ਹੋਏ ਸੀ। ਉਹਦੇ 'ਚ ਮੇਖਾਂ ਠੋਕੀਆਂ ਵੀਆਂ ਸੀ ਅਤੇ ਮਤਲਬ ਸੀਟਾਂ ਹੀ ਹੈ ਨਹੀਂ ਸੀ। ਸੀਟ ਬੈਲਟਾਂ ਤਾਂ ਕੀ ਹੋਣੀਆਂ ਸੀ ਉਹਦੇ 'ਚ। ਅਤੇ ਜਦੋਂ ਜਦੋਂ ਇਹ ਐਕਸੀਡੈਂਟ ਹੋਇਆ ਉਦੋਂ ਨਾਰਮਲੀ ਅਸੀਂ ਇਹ ਸਮਝਿਆ ਵੀ ਚਲੋ ਇਹ ਐਕਸੀਡੈਂਟ ਹੋ ਗਿਆ। ਅਤੇ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਹੀ ਅਸੀਂ ਜਦੋਂ ਇਹਨਾਂ ਦੇ ਫੁੱਲ ਵਗੈਰਾ ਪਾ ਕੇ ਮੈਂ ਇੰਡੀਆ ਚਲਿਆ ਗਿਆ, ਵਾਪਸ ਆਏ ਆ। ਅਤੇ ਵਾਪਸ ਆ ਕੇ ਸ਼ਾਇਦ ਉਦੋਂ ਦੂਜਾ ਕਿਤੇ ਨਹੀਂ ਸੀ, ਮੈਂ ਫਿਰ TV ਲਾਇਆ। TV 'ਤੇ ਖਬਰਾਂ ਆਉਂਦੀਆਂ ਸੀਗੀਆਂ ਵੀ ਉਸ ਬੰਦੇ ਦੀ, ਠੇਕੇਦਾਰ ਦੀ ਵੈਨ ਫਿਰ ਫੜੀ ਗਈ, ਦੂਸਰੀ ਵੈਨ ਕੋਈ ਹੋਰ। ਅਤੇ ਉਹ CVSA ਨੇ ਜਦੋਂ ਚੈੱਕ ਕੀਤੀ, ਮੈਂ ਨਿਊਜ਼ ਦੇ ਵਿੱਚ ਵੇਖਦਾ ਸੀਗਾ, ਜਦੋਂ ਉਹਦੇ 'ਚ ਰੋਡ ਮਾਰੀ ਉਹਨੇ ਉਹਦੀ ਫਰਸ਼ ਦੇ ਉੱਪਰ, ਅਤੇ ਉਹ ਰੋਡ ਵਿੱਚ ਦੀ ਨਿਕਲ ਗਈ ਉਹਦੇ। ਅਤੇ ਅਸੀਂ ਵੀ ਸੋਚਿਆ ਵੀ ਇਹ ਤਾਂ ਹਜੇ ਵੀ ਉਹੀ ਕੁਛ ਆ। ਅਸੀਂ ਸੀਰੀਅਸ ਹੋਏ ਵੀ ਇਹ ਨਾਰਮਲ ਐਕਸੀਡੈਂਟ ਨਹੀਂ ਗਾ। ਅਸੀਂ ਰੌਲਾ ਪਾਇਆ ਅਤੇ ਉਦੋਂ NDP ਆਪੋਜੀਸ਼ਨ ਸੀਗੇ, ਇਹਨਾਂ ਨੇ ਵੀ ਵਿਧਾਨ ਸਭਾ ਦਾ ਇਜਲਾਸ ਚੱਲਦਾ ਸੀ। ਉਦੋਂ ਇਹਨਾਂ ਨੇ ਉੱਥੇ ਆਵਾਜ਼ ਉਠਾਈ, ਰੌਲਾ ਰੱਪਾ ਪਿਆ ਅਤੇ ਫਿਰ ਇਹਦੀ ਇਨਵੈਸਟੀਗੇਸ਼ਨ ਵਗੈਰਾ ਵੱਡੇ ਪੱਧਰ 'ਤੇ ਹੋਈ। ਅਤੇ ਜਦੋਂ ਉਹਨਾਂ ਨੇ ਡੂੰਘਾਈ ਦੇ ਨਾਲ ਇਹਦੇ 'ਤੇ ਵਰਕ ਕੀਤਾ ਅਤੇ ਉਸ ਤੋਂ ਬਾਅਦ ਅਰਾਊਂਡ 33-34% ਜਿਹੜੇ ਫਾਰਮਾਂ ਦੀ ਢੋਆਈ ਵਾਲੇ ਵਹੀਕਲ ਸੀਗੇ ਉਹ ਆਫ ਰੋਡ ਹੋ ਗਏ ਸੀਗੇ ਜੀ। ਉਸ ਵੇਲੇ ਉਸ ਵੈਨ ਨੂੰ ਕੌਣ ਚਲਾਉਂਦਾ ਸੀ? ਠੇਕੇਦਾਰ ਆਪ ਚਲਾ ਰਿਹਾ ਸੀ? ਨਹੀਂ, ਉਹਦੀ ਵਾਈਫ ਚਲਾਉਂਦੀ ਸੀਗੀ, ਹਰਵਿੰਦਰ ਕੌਰ ਗਿੱਲ। ਉਹਦੇ ਕੋਲ ਲਾਇਸੈਂਸ ਸੀਗਾ? ਨਹੀਂ, ਉਹਦੇ ਕੋਲ ਪ੍ਰੋਪਰ ਲਾਇਸੈਂਸ ਹੈ ਨਹੀਂ ਸੀਗਾ। ਅਤੇ ਜਿਹੜੀ ਉਸ ਜਾਂਚ ਦੇ ਦੌਰਾਨ ਪਾਇਆ ਗਿਆ ਕਿ ਉਹ ਵੈਨ ਦੀ ਜਿਹੜੀ ਇੰਸਪੈਕਸ਼ਨ ਸੀ ਉਹ ਜਾਅਲੀ ਸੀਗੀ। ਉਹਦੇ 'ਚ ਕੁਛ ਵੀ ਨਹੀਂ ਸੀਗਾ, ਮਤਲਬ ਬੈਂਚ ਲੱਗੇ ਸੀ ਲੱਕੜ ਦੇ ਅਤੇ ਲਾਇਸੈਂਸ ਹੈ ਨਹੀਂ ਸੀਗਾ। ਓਵਰ ਸਪੀਡ ਸੀ, ਓਵਰਲੋਡ ਸੀਗੀ, ਅਤੇ ਜਿਸ ਕਾਰਨ ਇੰਨਾ ਵੱਡਾ ਨੁਕਸਾਨ ਹੋਇਆ ਜੀ। ਉਹਦੇ ਵਿੱਚ ਕੁਛ ਉਸ ਵੇਲੇ ਉਹ ਡਿਵਾਈਡਰ ਦੇ ਵਿੱਚ ਵੱਜਿਆ ਸੀ? ਕੀ ਹੋਇਆ ਕੀ ਸੀ ਐਕਚੁਅਲੀ ਉਦੋਂ? ਜਦੋਂ ਉਹ ਹਾਈਵੇ ਦੇ ਵਿੱਚ ਐਂਟਰ ਕੀਤੀ ਵੈਨ, ਉਸ ਤੋਂ ਪਿੱਛੇ ਇੱਕ ਟਰੱਕ ਆਉਂਦਾ ਸੀਗਾ। ਮੈਨੂੰ ਲੱਗਦਾ ਉਹ ਲੇਨ ਚੇਂਜ ਕਰਨ ਲੱਗੀ ਸੀ, ਉਹ ਟਰੱਕ ਦੇ ਨਾਲ ਟਕਰਾਈ। ਟਰੱਕ ਦੇ ਨਾਲ ਟਕਰਾਉਣ ਦੇ ਨਾਲ ਜਦੋਂ ਥੋੜ੍ਹਾ ਪਿੱਛੋਂ ਟਰੱਕ ਵੱਜਾ, ਇੱਕ ਹੋਰ ਦੂਸਰੀ ਸਾਈਡ 'ਤੇ ਟਰੱਕ ਆਉਂਦਾ ਸੀ, ਉਹ ਨਾਲ ਹਿੱਟ ਕੀਤਾ ਇਹਦੇ। ਉਹ ਜਾਣੀ ਜੰਪ ਕਰ ਗਈ ਕਾਫੀ। ਵੈਨ ਵੀ ਤੇਜ਼ ਸੀਗੀ, ਟਰੱਕ ਵੀ ਤੇਜ਼ ਸੀਗੇ। ਅਤੇ ਉਹ ਜਦੋਂ ਜੰਪ ਕਰਕੇ ਪੁੱਠੀ ਹੋ ਕੇ ਵਿਚਾਲੇ ਦੋਨੇ ਹਾਈਵੇਜ਼ ਦੇ ਵਿਚਾਲੇ ਜਿਹੜੇ ਡਿਵਾਈਡਰਸ ਪਏ ਸੀਗੇ ਉਹਨਾਂ ਦੇ ਉੱਪਰ ਜਦੋਂ ਮੁੱਧੀ ਹੋ ਕੇ ਡਿੱਗੀ ਤਾਂ ਉਹ ਫਿਸ ਗਈ ਬਿਲਕੁਲ ਵਿਚਾਲਿਓਂ ਵੈਨ, ਜਿਸ ਕਾਰਨ ਇਹ ਇੰਨਾ ਵੱਡਾ ਨੁਕਸਾਨ ਹੋਇਆ ਜੀ। ਉਹਦੇ ਤੋਂ ਬਾਅਦ ਇਹਦੀ ਕਾਰਵਾਈ ਕੀ ਹੋਈ ਜਾਂ ਆਪਣੇ ਆਪ ਤੁਹਾਨੂੰ ਇਹਦਾ ਇਨਸਾਫ ਕੀ ਮਿਲਿਆ? ਮਤਲਬ ਅਲਟੀਮੇਟਲੀ ਕੌਣ ਇਹਦੇ 'ਚ ਦੋਸ਼ੀ ਪਾਇਆ ਗਿਆ ਅਤੇ ਸਜ਼ਾ ਕੀ ਮਿਲੀ ਜਾਂ ਸਰਕਾਰ ਨੇ ਕੀ ਕੀਤਾ? ਇਹਦੇ 'ਚ ਅਸੀਂ ਤਾਂ ਇਹ ਸੋਚਦੇ ਸੀ, ਕਿਉਂਕਿ ਅਸੀਂ ਸਾਰੇ ਕੰਮਾਂ ਕਾਰਾਂ ਵਾਲੇ ਹਾਂ। ਮੈਂ ਤਾਂ ਆਪ ਟਰੱਕ ਚਲਾਉਣ ਵਾਲਾ ਬੰਦਾ ਸੀਗਾ, ਕੋਈ ਮੇਰਾ ਵਾਹ ਵਾਸਤਾ ਨਹੀਂ ਸੀ ਇਸ ਚੀਜ਼ ਦੇ ਨਾਲ। ਅਤੇ ਅਸੀਂ ਵੀ ਇਹੀ ਸੋਚਿਆ ਕਿ ਨਾਰਮਲੀ ਕੈਨੇਡਾ ਬੜਾ ਸਾਫ ਸੁਥਰਾ ਸਿਸਟਮ ਹੈ ਇੱਥੇ, ਅਤੇ ਵੀ ਰੂਟੀਨ ਵਾਈਜ਼ ਸਾਰਾ ਸਾਨੂੰ ਇਹਦੇ 'ਚ ਇਨਸਾਫ ਮਿਲੂਗਾ। ਪਰ ਹੌਲੀ ਹੌਲੀ ਜਦੋਂ ਇਹਦੀਆਂ ਟਾਈਮ ਬਾਈ ਟਾਈਮ ਪਰਤਾਂ ਲੈਂਦੀਆਂ ਗਈਆਂ ਅਤੇ ਸਾਨੂੰ ਚਾਨਣ ਹੋਇਆ ਵੀ ਵੇਖਣ ਨੂੰ ਕੁਛ ਹੋਰ ਆ
ਵਿੱਚ ਇਹਦੇ ਸਿਸਟਮ ਦੇ ਕੁਛ ਹੋਰ ਆ। ਅਤੇ ਇਹਦੇ 'ਚ RCMP ਨੇ ਜਦੋਂ ਇਹਦੀ ਇਨਵੈਸਟੀਗੇਸ਼ਨ ਕੀਤੀ ਉਹਦੇ 'ਚ 33 ਕ੍ਰਿਮੀਨਲ ਚਾਰਜਸ ਉਹਨਾਂ ਨੇ ਰਿਕਮੈਂਡ ਕੀਤੇ ਸੀਗੇ ਡਰਾਈਵਰ ਦੇ ਅਗੇਂਸਟ ਅਤੇ ਕੰਪਨੀ ਦੇ ਅਗੇਂਸਟ। ਅਤੇ ਉਹ ਇਹਦਾ ਜਦੋਂ ਟਰਾਇਲ ਹੋਣਾ ਸੀਗਾ 18 ਦਸੰਬਰ 2008 ਨੂੰ, ਅਤੇ ਉਦੋਂ 8 ਦਿਨ ਪਹਿਲਾਂ ਸਿਰਫ ਸਾਨੂੰ ਕਰਾਊਨ ਕੌਂਸਲ ਨੇ ਸੱਦਿਆ, ਸਾਡੇ ਨਾਲ ਮੀਟਿੰਗ ਕੀਤੀ ਅਤੇ ਸਾਨੂੰ ਉੱਦਣ ਉਹਨੇ ਦੱਸਿਆ ਵੀ ਅਸੀਂ ਇਹ ਚਾਰਜ ਸਾਰੇ ਡਰੋਪ ਕਰ ਦੇਣੇ ਆ। ਅਤੇ ਮਤਲਬ ਅਸੀਂ ਪੁੱਛਿਆ ਉਹਨਾਂ ਨੂੰ ਵੀ ਕੀ ਗੱਲ ਕਾਹਤੋਂ, ਉਹਨਾਂ ਨੇ ਸਾਨੂੰ ਕੋਈ ਸੋਲਿਡ ਉੱਤਰ ਨਹੀਂ ਦਿੱਤਾ, ਸਿੱਧਾ ਜਵਾਬ ਸਾਨੂੰ ਅਜੇ ਤੱਕ ਵੀ ਨਹੀਂ ਮਿਲਿਆ। ਅਤੇ ਉਹਨਾਂ ਨੇ 8 ਦਿਨਾਂ ਦੇ ਵਿੱਚ ਅਸੀਂ ਕੁਛ ਵੀ ਨਹੀਂ ਕਰ ਸਕਦੇ, ਨਾ ਅਸੀਂ ਕੋਈ ਆਪਦਾ ਵਕੀਲ ਵਗੈਰਾ ਹਾਇਰ ਕਰ ਸਕਦੇ ਸੀ, ਕੁਛ ਨਹੀਂ ਹੋ ਸਕਣਾ ਸੀਗਾ, ਨਾ ਹੀ ਸਾਡੇ ਕੋਲ ਇੰਨੇ ਪੈਸੇ ਸੀਗੇ। ਅਤੇ ਉਹਨਾਂ ਨੇ 18 ਦਸੰਬਰ ਨੂੰ ਜਿਹੜਾ ਉਹਨਾਂ ਦਾ ਪਹਿਲਾਂ ਸਾਰੀ ਸੀਗਾ ਉਹਨਾਂ ਦਾ ਪਲਾਨ ਹੀ ਸੀਗੀ, ਉਹਦੇ 'ਚ ਉਹਨਾਂ ਨੇ ਸਭ ਕੁਛ ਸਟੋਪ ਕਰਕੇ ਅਤੇ ਉਹਨੂੰ ਡਰਾਈਵਰ ਨੂੰ $2000 ਜੁਰਮਾਨਾ ਅਤੇ ਉਹਨੂੰ ਕਰਕੇ ਅਤੇ ਦੂਜਾ ਕਲਾਸ 5 ਦਾ ਲਾਇਸੈਂਸ ਸੀ ਜਿਹੜਾ ਉਹਨੂੰ 1 ਸਾਲ ਵਾਸਤੇ ਸਸਪੈਂਡ ਕਰਤਾ ਸੀਗਾ। ਸਿੱਧੂ ਸਾਹਿਬ ਕੈਨੇਡਾ ਕਦੋਂ ਆਏ ਸੀ, ਕਿੱਦਾਂ ਆਏ ਸੀ ਤੁਸੀਂ? ਮੈਨੂੰ ਮੇਰੀ ਵਾਈਫ ਨੇ ਸੱਦਿਆ ਸੀਗਾ 98 'ਚ ਮੈਂ ਆ ਗਿਆ ਸੀ, 97 'ਚ ਸਾਡਾ ਵਿਆਹ ਹੋਇਆ ਸੀਗਾ ਇੰਡੀਆ ਦੇ ਵਿੱਚ, ਅਤੇ ਮਾਰਚ 98 'ਚ ਮੈਂ ਇੱਥੇ ਕੈਨੇਡਾ ਆਇਆ ਸੀਗਾ। 99 'ਚ ਸਾਡੇ ਬੇਟੀ ਹੋਈ ਜਿਹੜੀ ਉਦੋਂ 7.5 ਸਾਲ ਦੀ ਸੀਗੀ, ਅਤੇ ਉਸ ਤੋਂ ਬਾਅਦ ਛੋਟੀ ਬੇਟੀ ਹੋਈ 2004 'ਚ, ਅਤੇ 5 'ਚ ਬੇਟਾ ਹੋਇਆ, ਅਤੇ 7 'ਚ ਫਿਰ ਇਹ ਹਾਦਸਾ ਹੋ ਗਿਆ 7 ਮਾਰਚ 2007 ਨੂੰ ਇਹ ਕੁਛ ਹੋਇਆ ਜੀ। ਸਰਕਾਰ ਨੇ ਕੁਛ ਕੀਤਾ ਤੁਹਾਨੂੰ ਕੰਪਨਸੇਟ ਫਾਈਨੈਂਸ਼ਲੀ, ਜਾਂ ਬੱਚਿਆਂ ਦੀ ਪੜ੍ਹਾਈ ਲਿਖਾਈ, ਜਾਂ ਕੀ ਇਹਦਾ ਹੋਇਆ ਕੀ ਫਿਰ? ਇਹਦੇ 'ਚ ਆਮ ਤੌਰ 'ਤੇ ਲੋਕਾਂ ਨੂੰ ਪਤਾ ਨਹੀਂ, ਆਮ ਸਾਡੇ 'ਤੇ ਵੀ ਬਹੁਤ ਵਾਰੀ ਇਸ ਕਿਸਮ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਕਿ ਇਹਨਾਂ ਨੂੰ ਪੈਸੇ ਮਿਲ ਗਏ, ਪਰ ਸੱਚਾਈ ਇਹ ਆ ਕਿ ਅਸੀਂ ਵੀ ਜ਼ੋਰ ਲਾਇਆ ਕਿ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਵੀ ਇਹ ICBC ਦਾ ਕੇਸ ਹੋਣਾ ਚਾਹੀਦਾ। ਦੋਨੇ ਡਿਪਾਰਟਮੈਂਟ ਗੌਰਮੈਂਟ ਦੇ ਆ, ICBC ਵੀ ਗੌਰਮੈਂਟ ਦਾ, WCB ਵੀ ਗੌਰਮੈਂਟ ਦਾ, ਪਰ WCB ਨੂੰ ਤੁਸੀਂ ਸੂ ਨਹੀਂ ਕਰ ਸਕਦੇ, ICBC ਨੂੰ ਤੁਸੀਂ ਸੂ ਕਰ ਸਕਦੇ ਆ। ਇਸ ਕਰਕੇ ਸਾਨੂੰ ਲੱਗਦਾ ਕਿ ਕੇਸ ICBC ਦਾ ਕੇਸ ਹੀ ਨਹੀਂ ਬਣਿਆ। WCB ਦੇ ਬਹੁਤ ਛੋਟੇ, ਬਹੁਤ ਘੱਟ ਇਹਦੇ ਜਿਹੜੇ ਬੈਨੀਫਿਟ ਹੁੰਦੇ ਆ, ਉਹ ਬਹੁਤ ਘੱਟ, ਮਤਲਬ ਉਹਨਾਂ ਦੇ ਵਿੱਚੋਂ ਉਹਨਾਂ ਨੇ ਦੇ ਕੇ ਆਪਦਾ ਸੀਗਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਅਜੇ ਹੋਰ ਵੀ ਮੌਤਾਂ ਹੋਣਗੀਆਂ, ਕਿਉਂਕਿ ਜ਼ਖਮੀ ਸੀ ਕੁੜੀਆਂ ਹੋਰ ਵੀ ਬਹੁਤ, ਅਤੇ ਇਹ ਕਰਕੇ ਉਹਨਾਂ ਨੇ ਆਪਦਾ ਪੱਲਾ ਝਾੜ ਲਿਆ ਜੀ। ਫਾਈਨੈਂਸ਼ਲੀ ਸਾਨੂੰ ਜੋ ਕੀਤਾ ਇਹਨਾਂ ਨੇ ਇੰਨਾ ਕੁ ਸੀ। ਜਦੋਂ ਐਕਸੀਡੈਂਟ ਹੋਇਆ, ਜਦੋਂ ਤੁਸੀਂ ਦੱਸਿਆ ਵੀ ਇਹ ਲੱਗ ਰਿਹਾ ਸੀ ਇੱਕ ਸਧਾਰਨ ਐਕਸੀਡੈਂਟ ਆ, ਕਿਤੇ ਵੀ ਹੋ ਸਕਦਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਫਾਰਮਾਂ ਨੂੰ ਇਹ ਵੈਨਾਂ ਵਰਕਰਸ ਲੈ ਕੇ ਜਾਂਦੀ, ਉਹਨਾਂ ਦੀ ਹਾਲਤ ਇੱਦਾਂ ਦੀ ਸੀ। ਹਾਂਜੀ, ਕਿਉਂਕਿ ਮੈਂ ਵੀ ਟਰੱਕ ਚਲਾਉਂਦਾ ਸੀ, ਸਾਡੀ ਇਹ ਲਾਈਨ ਨਹੀਂ ਸੀਗੀ, ਪਰ ਜਦੋਂ ਸਾਨੂੰ ਇਹ ਲੱਗਿਆ ਵੀ ਇਹ ਤਾਂ ਸਿਸਟਮ ਹੀ ਦਾ ਬੇੜਾ ਹੀ ਗਰਕ ਹੋ ਚੁੱਕਿਆ, ਉਸ ਤੋਂ ਬਾਅਦ ਅਸੀਂ ਆਪ ਉੱਠ ਕੇ ਰੌਲਾ ਪਾਉਣਾ ਸ਼ੁਰੂ ਕੀਤਾ। ਐਕਚੁਅਲੀ ਮੇਰੀ ਜਿਹੜੀ ਫੈਮਿਲੀ ਸਿਚੁਏਸ਼ਨ ਸੀ ਉਹ ਜ਼ਿਆਦਾ ਕ੍ਰਿਟੀਕਲ ਸੀ, ਮੇਰੇ ਬੱਚੇ ਜ਼ਿਆਦਾ ਛੋਟੇ ਸੀਗੇ, ਅਤੇ ਮੈਂ ਕੋਸ਼ਿਸ਼ ਕਰਦਾ ਸੀ ਵੀ ਕੋਈ ਹੋਰ ਫੈਮਲੀਜ਼ ਦੇ ਵਿੱਚੋਂ ਅੱਗੇ ਆਵੇ ਅਤੇ ਜਾਂ ਕੋਈ ਜਥੇਬੰਦੀਆਂ ਆਉਣ, ਪਰ ਮੈਂ ਟਰਾਈ ਕੀਤੀ, ਕੋਈ ਉਹ ਗੱਲ ਨਾ ਬਣ ਸਕੀ, ਅਤੇ ਫਿਰ ਮੈਂ ਆਪ ਉੱਠ ਕੇ ਜਿੰਨੀ ਜੋਗਾ ਸੀਗਾ ਲੱਗਿਆ, ਅਤੇ ਫਿਰ ਅਸੀਂ ਇਹਦਾ ਰੌਲਾ ਰੱਪਾ ਪਾ ਕੇ ਹੋਰ ਜਥੇਬੰਦੀਆਂ ਜਿਵੇਂ ਐਬਰਸਪੋਰਟ ਕਮਿਊਨਿਟੀ ਸਰਵਿਸਿਜ਼, BC ਫੈਡਰੇਸ਼ਨ ਆਫ ਲੇਬਰ, ਪੈਕਸ, ਅਤੇ ਇਹ ਸਾਡੇ ਨਾਲ ਆ ਗਏ ਉਦੋਂ ਨੂੰ, ਅਤੇ ਕੁਛ ਟਾਈਮ ਬਾਅਦ ਫਿਰ ਤਰਕਸ਼ੀਲ ਸੁਸਾਇਟੀ ਆ ਗਈ, ਅਤੇ ਫਿਰ ਅਸੀਂ ਮੁਜ਼ਾਹਰਾ ਵੀ ਕੀਤਾ ਇੱਕ। ਉਸ ਤੋਂ ਬਾਅਦ ਫਿਰ ਇਹਦੀ ਕੋਰਨਰ ਇਨਕੁਐਸਟ ਹੋਈ, ਉਹਦੇ 'ਚ ਜਿੰਨੀਆਂ ਰਿਕਮੈਂਡੇਸ਼ਨਸ ਜਿਊਰੀ ਨੇ ਦਿੱਤੀਆਂ ਸੀ ਉਹਦੇ 'ਚੋਂ ਸਾਰੀਆਂ ਇੰਪਲੀਮੈਂਟ ਤਾਂ ਨਹੀਂ ਹੋਈਆਂ, ਪਰ ਹੌਲੀ ਹੌਲੀ ਹੁਣ ਗੌਰਮੈਂਟ NDP ਦੀ ਆ ਗਈ ਆ, ਉਹ ਟਰਾਈ ਕਰਦੇ ਆ ਕਿ ਜਿਹੜੀਆਂ ਉਹਦੀਆਂ ਰਿਕਮੈਂਡੇਸ਼ਨ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ। ਡਰਾਈਵਰ ਜਾਂ ਜਿਹੜੇ ਚਲਾਉਣ ਵਾਲੇ ਸੀ ਜਾਂ ਜਿਹੜੇ ਠੇਕੇਦਾਰ ਸੀ ਉਹ ਵੀ ਪੰਜਾਬੀ ਸੀ, ਤੁਸੀਂ ਵੀ ਪੰਜਾਬੀ ਭਾਈਚਾਰੇ ਦੇ ਵਿੱਚ ਇਹ ਗੋਲਡਨ ਟਰੀ ਬਣਾਉਣ ਦੇ ਲਈ ਮਦਦ ਦੇ ਲਈ ਜਾ ਰਹੇ ਸੀਗੇ, ਭਾਈਚਾਰਾ ਕਿਤੇ ਵੰਡਿਆ ਗਿਆ, ਸਾਰਿਆਂ ਨੇ ਤੁਹਾਡੀ ਮਦਦ ਕੀਤੀ, ਭਾਈਚਾਰੇ ਦਾ ਕੀ ਰਿਸਪੌਂਸ ਸੀ? ਜਿਹੜੇ ਆਮ ਲੋਕ ਸੀਗੇ ਜੀ ਉਹ ਚਾਹੁੰਦੇ ਸੀ ਵੀ ਇਹ ਬਣੇ, ਹਰ ਬੰਦਾ ਹੀ ਚਾਹੁੰਦਾ ਵੀ ਮੈਂ ਕੰਮ 'ਤੇ ਜਾਂਦਾ ਨਾ ਮਰਾਂ, ਸਹੀ ਸਲਾਮਤ ਜਾਵਾਂ, ਮੈਂ ਵਾਪਸ ਘਰੇ ਆਪਦੇ ਜਵਾਕਾਂ ਜੱਲਿਆਂ 'ਚ ਆਵਾਂ,
ਪਰ ਉਹਨਾਂ ਨੂੰ ਵੰਡ ਦਿੱਤਾ ਜਾਂਦਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਰਾ ਦਿੱਤਾ ਜਾਂਦਾ। ਜਿਹੜੇ ਸਿਸਟਮ ਦੇ ਵਿੱਚ ਲੂਪ ਹੋਲ ਆ, ਉਹ ਲੂਪ ਹੋਲਾਂ ਦੇ ਰਾਹੀਂ ਉਹਨਾਂ ਲੋਕਾਂ ਦਾ ਗਲ ਘੁੱਟ ਦਿੱਤਾ ਜਾਂਦਾ। ਤੁਸੀਂ ਹੈਰਾਨ ਹੋਵੋਗੇ, ਆਮ ਤੌਰ 'ਤੇ ਕਿਹਾ ਜਾਂਦਾ ਜਦੋਂ ਵਕਤ ਪੈਂਦਾ ਕਿ ਬੰਦੇ ਦਾ ਪਰਛਾਵਾਂ ਸਾਥ ਛੱਡ ਜਾਂਦਾ, ਅਤੇ ਮੈਂ ਇਹਨਾਂ 12-13 ਸਾਲਾਂ ਦੇ ਵਿੱਚ ਵੇਖਿਆ ਕਿ ਤਾਂ ਪਰਛਾਵਾਂ ਸਾਥ ਛੱਡ ਜਾਂਦਾ। ਇੱਥੇ ਤਾਂ ਪਰਛਾਵੇਂ ਗਲ ਵੱਢਣ ਲੱਗ ਗਏ ਸੀਗੇ। ਇਹਨਾਂ ਮਤਲਬ ਬੰਦੇ ਨਾਲ ਤੁਰੇ ਆਉਂਦੇ ਪਿੱਛਾ ਭੌਂਕੇ ਵਹਿੰਦੇ ਸੀ ਵੀ ਅੱਜ ਹੈ ਨਹੀਂ। ਜੇ ਲੋਕਾਂ ਨੇ ਫੋਨ ਡਿਲੀਟ ਕਰਤੇ ਸੀ ਮੇਰੇ ਫੋਨ ਦੇ ਉੱਤੋਂ, ਪਾਗਲ ਕਹਿਣ ਲੱਗੇ ਸੀ ਵੀ ਇਹਦੇ ਤਾਂ ਦਿਮਾਗ 'ਚ ਫਰਕ ਪੈ ਗਿਆ, ਇਹ ਕਿਹੜੇ ਲੀਹ ਨੂੰ ਤੁਰ ਪਿਆ। ਪਰ ਅਸੀਂ ਆਪਦਾ ਸਿਰ ਸੱਟ ਕੇ ਲੱਗੇ ਰਹੇ। ਅੱਜ ਸਾਨੂੰ ਇਸ ਚੀਜ਼ ਦੇ ਉੱਪਰ ਆਪਦੀ ਤੇ ਪ੍ਰਾਊਡ ਆ, ਅਸੀਂ ਕਿਸੇ ਨਾ ਕਿਸੇ ਤਣ ਪੱਤਣ ਲੱਗੇ ਹਾਂ। ਇਹ ਆਹ ਬਣਾ ਲਿਆ। ਬਾਕੀ ਸੁਧਾਰ ਕਾਫੀ ਹੱਦ ਤੱਕ ਮੈਨੂੰ ਲੱਗਦਾ ਹੋ ਗਿਆ। ਉਹਨੂੰ ਅਸੀਂ 100% ਸੁਧਾਰ ਤਾਂ ਨਹੀਂ ਮੈਂ ਕਹਿੰਦਾ ਗਾ, ਪਰ ਅਸੀਂ ਲੱਗੇ ਹਾਂ, ਹੌਲੀ ਹੌਲੀ ਕਰੀ ਜਾਂਦੇ ਹਾਂ। ਉਮੀਦ ਆ ਵੀ ਅਸੀਂ ਚਾਹੁੰਦੇ ਜੀ ਕੁਛ ਨਾ ਕੁਛ ਦੇਖ ਕੇ ਜਾਵਾਂਗੇ। ਇਹ ਤੁਹਾਡੀ ਇੱਕ ਤਾਂ ਮੁਹਿੰਮ ਸੀਗੀ ਜਿਹੜੀ ਇਹ ਸਮਾਰਕ ਬਣਾਉਣ ਦੇ ਲਈ, ਦੂਜੀ ਸੀਗੀ ਕਿ ਅੱਗੇ ਤੋਂ ਇਦਾਂ ਦਾ ਹਾਦਸਾ ਨਾ ਵਾਪਰੇ। ਜਿਹੜੇ ਬਾਕੀ ਜਿਵੇਂ ਸਾਰੇ ਲੈ ਕੇ ਜਾਂਦੇ ਆ ਵਰਕਰਸ ਨੂੰ, ਉਹ ਪ੍ਰੋਪਰ ਤਰੀਕੇ ਦੇ ਨਾਲ ਲੈ ਕੇ ਜਾਣ। ਇਹ ਕੋਈ ਤੁਸੀਂ ਫਿਰ ਉਹਦੀ ਆਰਗੇਨਾਈਜੇਸ਼ਨ ਬਣਾਈ ਜਾਂ ਕਿਹਦੇ ਕੋਲ ਜਾਂਦੇ ਸੀ? ਸਿਰਫ ਫੰਡ ਇਕੱਠਾ ਕਰਦੇ ਸੀ, ਕਿਤੇ ਸਰਕਾਰ ਦੇ ਕੋਲ ਜਾਂਦੇ ਸੀ? ਉਹ ਕੌਣ ਸੀ ਜਾਂ ਉਹ ਆਰਗੇਨਾਈਜੇਸ਼ਨ ਨੇ ਤੁਹਾਡਾ ਸਾਥ ਦਿੱਤਾ? ਮੇਨ BC ਫੈਡਰੇਸ਼ਨ ਆਫ ਲੇਬਰ ਸੀ ਇਹਦੇ ਵਿੱਚ। ਉਹਨਾਂ ਨੇ ਬਹੁਤ ਇਮਾਨਦਾਰੀ ਦੇ ਨਾਲ ਉਹ ਸਾਡੇ ਨਾਲ ਖੜਾ ਰਿਹਾ। ਜਿਮ ਸਿੰਕਲੇਅਰ, ਪਿੱਛੋਂ ਤਰਕਸ਼ੀਲ ਸੁਸਾਇਟੀ ਬਾਈ ਅਵਤਾਰ ਹੋਰੀ ਆਏ, ਉਹਨਾਂ ਨੇ ਓਨੈਸਟਲੀ ਪਿੱਛੇ ਰਹਿ ਕੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ। ਮੈਂ ਇਹ ਮਹਿਸੂਸ ਕਰਦਾ ਕਿ ਜੇ ਦੋ ਬੰਦੇ ਨਾ ਹੁੰਦੇ, ਜਿਮ ਸਿੰਕਲੇਅਰ ਅਤੇ ਬਾਈ ਅਵਤਾਰ ਨਾ ਹੁੰਦਾ, ਅਤੇ ਅਸੀਂ ਕਦੇ ਵੀ ਇਹਨੂੰ ਸਿਰੇ ਨਹੀਂ ਸੀ ਲਾ ਸਕਦੇ ਕਿਸੇ ਵੀ ਪੱਖ ਤੋਂ। ਜਦੋਂ ਕਿਤੇ ਕੋਈ ਆਉਂਦੀ ਸੀ ਗੱਲ ਕਿਸੇ ਗੱਲ ਦੀ, ਮਤਲਬ ਕਿਤੇ, ਤਾਂ ਇਹ ਕਹਿੰਦੇ ਸੀ, ਮੋਢੇ 'ਤੇ ਹੱਥ ਮਾਰ ਕੇ ਕਹਿੰਦੇ ਸੀ ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਹਾਂ, ਤੂੰ ਖੜਾ ਰਹਿ। ਅਤੇ ਸੋ ਇਹਨਾਂ ਦੇ ਉਪਰਾਲੇ ਦੇ ਨਾਲ ਅਸੀਂ ਇਹਨੂੰ ਤਨ ਪੱਤਣ ਲਾ ਗਏ ਹਾਂ। ਅਤੇ ਅੱਗੇ ਨੂੰ ਵੀ ਅਸੀਂ ਕੋਸ਼ਿਸ਼ ਆ ਸਾਡੀ ਵੀ ਇਹਦੇ 'ਚ ਸਿਸਟਮ 'ਚ ਸੁਧਾਰ ਹੋਵੇ। ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਨਵੇਂ ਆਉਂਦੇ ਆ, ਠੀਕ ਆ, ਉਹਨਾਂ ਨੂੰ ਤਾਂ ਕੰਮ ਦਾ ਲਾਲਚ ਹੁੰਦਾ, ਉਹਨਾਂ ਨੂੰ ਕੋਈ ਪਤਾ ਨਹੀਂ ਇੰਸਪੈਕਸ਼ਨ ਕੀ ਹੁੰਦੀ ਆ। ਜਿਹੜਾ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇੰਡੀਆ ਤੋਂ ਆਇਆ, ਉਹਨੂੰ ਕੀ ਪਤਾ ਇੰਸਪੈਕਸ਼ਨ ਕੀ ਹੁੰਦੀ ਆ। ਸੋ ਜਿਹੜੇ ਲੋਕ ਲੈ ਕੇ ਜਾਂਦੇ ਆ, ਸਾਡੀ ਕਿਸੇ ਨਾਲ ਪਰਸਨਲ ਲੜਾਈ ਨਹੀਂ ਹੈਗੀ ਗੀ, ਠੇਕੇਦਾਰ ਨਾਲ ਵੀ ਸਾਡੀ ਕੋਈ ਲੜਾਈ ਨਹੀਂ। ਮੇਰਾ ਜਾਤੀ ਕਿਸੇ ਬੰਦੇ ਦੇ ਨਾਲ ਕੋਈ ਵਿਰੋਧ ਨਹੀਂ, ਕਿਸੇ ਦੇ ਬਿਜ਼ਨਸ ਨਾਲ ਮੇਰਾ ਕੋਈ ਵਿਰੋਧ ਨਹੀਂ। ਜੇ ਬਿਜ਼ਨਸ ਹੋਊ ਤਾਂ ਲੋਕ ਕੰਮ ਕਰਨਗੇ, ਮੈਂ ਅੰਡਰਸਟੈਂਡ ਕਰਦਾ। ਪਰ ਦੁੱਖ ਇਸ ਚੀਜ਼ ਦਾ ਕਿ ਇਹਨੂੰ ਇਹ ਬਣਾ ਦਿੱਤਾ ਜਾਂਦਾ ਕਿ ਅਸੀਂ ਬਿਜ਼ਨਸ ਦਾ, ਲੋਕਾਂ ਦਾ, ਅਸੀਂ ਬਿਜ਼ਨਸ ਵਾਲੇ ਕਰਨ ਵਾਲਿਆਂ ਦਾ ਵਿਰੋਧ ਕਰਦੇ ਹਾਂ। ਪਰ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਸਾਡੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਗੀ। ਮੈਂ ਫਿਰ ਇਹੀ ਗੱਲ ਦੁਹਰਾਉਣਾ, ਹੁਣ ਵੀ ਜਦੋਂ ਹੋਇਆ ਨਾਟਕ ਹੋਇਆ, ਅਤੇ ਮੈਨੂੰ ਤਾਂ ਨਹੀਂ ਮਿਲਿਆ ਠੇਕੇਦਾਰ, ਉਹ ਮੈਨੂੰ ਨਾ ਅਪਰੋਚ ਕੀਤਾ। ਅਤੇ ਮੈਨੂੰ ਇਹ ਪਤਾ ਲੱਗਿਆ ਵੀ ਉਹਨੇ ਕਈ ਲੋਕਾਂ ਨੂੰ ਅਪਰੋਚ ਕੀਤਾ। ਕੁਲਵਿੰਦਰ ਖਹਿਰੇ ਨੂੰ ਫੋਨ ਕੀਤਾ ਜਿਹਨੇ ਨਾਟਕ ਲਿਖਿਆ ਸੀਗਾ ਵੀ ਤੁਸੀਂ ਨਾਟਕ ਨਾ ਕਰੋ। ਉਹਨੂੰ ਡਰਾਇਆ ਵੀ ਗਿਆ, ਜਿਵੇਂ ਮੈਨੂੰ ਡਰਾਇਆ ਗਿਆ ਉਵੇਂ ਉਹਨੂੰ ਵੀ ਡਰਾਇਆ ਗਿਆ। ਉਹਦੇ 'ਚ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਆ। ਸਾਡੀ ਉਹਨਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਸਿਸਟਮ 'ਚ ਕਮੀਆਂ, ਅਸੀਂ ਸਿਸਟਮ 'ਚ ਕਮੀਆਂ ਦੂਰ ਕਰਨ ਲੱਗੇ ਹੋਏ ਹਾਂ। ਅਸੀਂ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਅਸੀਂ ਕਿਸੇ ਨੂੰ ਜਾਤੀ ਤੌਰ 'ਤੇ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਹੈਗੇ। ਇਹ ਸਿਸਟਮ 'ਚ ਕਮੀਆਂ ਜਾਂ ਜਿਹੜੇ ਲੋਕ ਸਿਸਟਮ ਨੂੰ ਫੋਲੋ ਨਹੀਂ ਕਰਦੇ ਉਹ ਗਲਤ ਆ? ਦੇਖੋ, ਜੇ ਸਿਸਟਮ ਨੂੰ ਜਿਹੜਾ ਫੋਲੋ ਨਹੀਂ ਕਰਦਾ, ਜੇ ਸਿਸਟਮ ਸਟ੍ਰਿਕਟਲੀ ਉਹਨਾਂ ਨੂੰ ਲਵੇ ਤਾਂ ਆਪੇ ਫੋਲੋ ਕਰੂਗਾ, ਰਾਈਟ। ਜਦੋਂ ਉਹਨਾਂ ਨੂੰ ਪੁੱਛਣਾ ਹੀ ਨਹੀਂ ਕਿਸੇ ਨੇ, ਜਿਹਦੀ ਪਹਿਲੀ ਵੈਨ ਫੜੀ ਗਈ, 3 ਮੌਤਾਂ ਹੋ ਗਈਆਂ, 14 ਜਾਣੀਆਂ ਜ਼ਖਮੀ ਹੋ ਗਈਆਂ, ਕਿਸੇ ਦਾ ਚੁੱਕਣਾ ਟੁੱਟ ਗਿਆ, ਮਹੀਨੇ ਬਾਅਦ ਉਹਦੀ ਫਿਰ ਵੈਨ ਉਸੇ ਸਿਚੁਏਸ਼ਨ 'ਚ, ਉਸੇ ਹਾਲਤ 'ਚ ਫੜੀ ਜਾਂਦੀ ਆ, ਅਤੇ ਫਿਰ ਤਾਂ ਸਿਸਟਮ ਦੀ ਹੋਈ ਕਮੀ ਹੈ, ਉਸ ਬੰਦੇ ਦੀ ਕਮੀ ਕਿਵੇਂ ਆ? ਜਦੋਂ ਉਹਦੇ 'ਤੇ ਕਾਨੂੰਨ ਉਹਦੇ 'ਚ ਕੋਈ ਇਹੋ ਜਿਹਾ ਬਣਾਓ ਤੁਸੀਂ ਕਿ ਅਸੀਂ ਜੇ ਕਿਸੇ ਨੂੰ ਕੋਈ ਇਸ ਕਿਸਮ ਦਾ ਵਰਤਾਰਾ ਕਿਸੇ ਦਾ ਫੜਿਆ ਜਾਂਦਾ, ਉਹ ਬਿਜ਼ਨਸ ਤੋਂ ਬਾਹਰ ਹੋ ਜਾਊਗਾ, ਆਪੇ ਅਗਲਾ ਫੋਲੋ ਕਰੂਗਾ। ਮੈਂ ਟਰੱਕ ਚਲਾਉਣਾ, ਮੈਂ CN 'ਚ ਟਰੱਕ ਚਲਾਉਣਾ, ਸਾਡੇ 3 ਵਾਇਓਲੇਸ਼ਨਾਂ ਹੋ ਜਾਂਦੀਆਂ, ਲੈਟਰ ਲੱਗ ਜਾਂਦਾ ਸਾਡੀ ਫਾਈਲ ਦੇ ਵਿੱਚ, ਉਹ ਫਾਇਰ ਕਰ ਦਿੰਦੇ ਆ ਸਾਨੂੰ।
8 ਸਾਲ ਹੋ ਗਏ ਮੇਰੀ ਕੋਈ ਵਾਇਓਲੇਸ਼ਨ ਨਹੀਂ ਗੀ। ਕਾਹਤੋਂ ਨਹੀਂ ਮੇਰੀ ਵਾਇਓਲੇਸ਼ਨ? ਇਸ ਕਰਕੇ ਹੀ ਆ ਵੀ ਕੰਪਨੀ ਸਟ੍ਰਿਕਟ ਆ, ਰਾਈਟ। ਸਿਸਟਮ ਸਟ੍ਰਿਕਟ ਹੋਵੇ ਤਾਂ ਆਪੇ ਵਾਇਓਲੇਸ਼ਨ ਨਹੀਂ ਹੋਊਗੀ, ਆਪੇ ਉਹਦੀ ਪ੍ਰੋਪਰ ਇਨਸਪੈਕਸ਼ਨ ਹੋਊਗੀ। ਇਹ ਤਾਂ ਕੋਈ ਮਤਲਬ ਨਹੀਂ ਨਾ ਹੈ ਵੀ ਤੁਸੀਂ ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ, ਥੋੜ੍ਹੇ ਜਿਹੇ ਪੈਸੇ ਲੱਗਦੇ ਇਨਸਪੈਕਸ਼ਨ ਕਰਾਉਣ 'ਤੇ। ਕਿੰਨੇ ਕੁ ਪੈਸੇ ਲੱਗਦੇ? ਜੇ ਉਹਦੀ ਸਹੀ ਇਨਸਪੈਕਸ਼ਨ ਹੋਵੇ 500 ਲੱਗ ਜਾਂਦਾ, 1000 ਲੱਗ ਜਾਂਦਾ ਵੈਨ 'ਤੇ। ਮਤਲਬ ਜਾਨਾਂ ਤਾਂ ਸੇਫ ਹਨ। ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹੀ ਅਪੀਲ ਕਰਦਾ ਸਾਰਿਆਂ ਨੂੰ, ਬੇਨਤੀ ਹੈ ਮੇਰੀ ਕਿ ਇਸ ਗੱਲ ਨੂੰ ਅੰਡਰਸਟੈਂਡ ਕਰੋ। ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਗੀ, ਤੁਸੀਂ ਵੀ ਬਲਕਿ ਸਾਡਾ ਸਾਥ ਦਿਓ। ਆਪਾਂ ਸਾਰਿਆਂ ਨੇ, ਅਸੀਂ ਲੇਬਰ ਕੀਤੀ ਆ, ਕਈਆਂ ਨੇ ਲੇਬਰ ਕਰਵਾਉਣ ਦੇ ਸਿਰ 'ਤੇ ਬਹੁਤ ਵੱਡੇ ਵੱਡੇ ਬਿਜ਼ਨਸ ਖੜ੍ਹੇ ਕੀਤੇ ਵੀ ਆ। ਉਹਨਾਂ ਨੂੰ ਵੀ, ਉਹ ਵੀ ਬਿਜ਼ਨਸ ਦੇ ਲੇਬਰ, ਉਹਨਾਂ ਦੀ ਬਿਜ਼ਨਸ ਲੇਬਰ ਦੇ ਸਿਰ 'ਤੇ ਹੀ ਆ। ਸੋ ਸਾਡੀ ਸਾਰਿਆਂ ਨੂੰ ਇਹ ਗੁਜ਼ਾਰਿਸ਼ ਆ, ਆਪ ਵੀ ਸੇਫ ਰਹੋ, ਦੂਜਿਆਂ ਨੂੰ ਵੀ ਸੇਫ ਰੱਖੋ, ਸੇਫ ਕੰਮਾਂ 'ਤੇ ਲੈ ਕੇ ਜਾਓ। ਜਿਹੜੇ ਬਹੁਤ ਸਾਰੇ ਤਾਂ ਹੁਣ ਵੀ ਫਾਰਮ ਵਰਕਰ ਆ, ਬਹੁਤ ਸਾਰੇ ਇੰਡੀਆ ਤੋਂ ਨਵੇਂ ਆਏ ਹੁੰਦੇ ਆ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਨਹੀਂ ਪਤਾ ਹੁੰਦਾ ਉਹ ਕੀ ਕਰਨ। ਇੱਕ ਵਰਕਰ ਨੂੰ ਵੈਨ ਲੈ ਕੇ ਜਾ ਰਹੀ ਆ, ਹੁਣ ਵੀ ਹੋ ਸਕਦਾ ਬਹੁਤ ਸਾਰੇ ਫਾਰਮਾਂ ਦੇ ਵਿੱਚ ਵਾਇਓਲੇਸ਼ਨ ਹੁੰਦੀ ਹੋਵੇ ਜਿਹੜੀ ਸਾਹਮਣੇ ਨਹੀਂ ਆਉਂਦੀ, ਜਾਂ ਉਹਦੇ ਤੋਂ ਬਾਅਦ ਸਟ੍ਰਿਕਟ ਹੋ ਗਿਆ ਹੁਣ ਇੱਕ, ਕਿਉਂਕਿ ਤੁਸੀਂ ਉਸ ਦੁਕਾਨ 'ਚੋਂ ਲੰਘੇ ਆ, ਤੁਸੀਂ ਉਹਨੂੰ ਹੰਢਾ ਰਹੇ ਹੋ, ਤੁਹਾਡਾ ਦੁੱਖ ਤੁਸੀਂ ਜਾਣਦੇ ਹੋ, ਅਸੀਂ ਨਹੀਂ ਜਾਣ ਸਕਦੇ। ਪਰ ਇਹ ਅੱਜ ਵਾਪਰਿਆ, ਕਦੇ ਕਿਸੇ ਨਾਲ ਨਾ ਵਾਪਰੇ। ਇੱਕ ਜਿਹੜਾ ਇੰਡੀਆ ਤੋਂ ਆਉਂਦਾ ਆ ਜਾਂ ਜਿਹੜਾ ਫਾਰਮ ਵਰਕਰ ਆ, ਉਹ ਕੀ ਕਰੇ? ਦੇਖੋ, ਪਹਿਲੀ ਗੱਲ, ਜਿਹੜਾ ਇੰਡੀਆ ਤੋਂ ਆਉਂਦਾ ਕਿਸੇ ਕੋਲੇ ਤਾਂ ਆਉਂਦਾ ਹੀ ਹੈ ਨਾ, ਠੀਕ ਹੈ। ਜੇ ਮੈਂ ਆਪਦਾ ਰਿਸ਼ਤੇਦਾਰ ਸਾਦਾ, ਮੇਰੇ ਕੋਲੇ ਆਇਆ, ਠੀਕ ਹੈ, ਮੈਨੂੰ ਪਤਾ ਹੀ ਆ ਵੀ ਕੀ ਸਿਸਟਮ ਆ, ਮੈਂ ਪਹਿਲਾਂ ਦਾ ਰਹਿਣਾ ਇੱਥੇ। ਜਿਨ੍ਹਾਂ ਦੇ ਕੋਲੇ ਆਉਂਦੇ ਆ ਉਹਨਾਂ ਨੂੰ ਉਹ ਕਾਇਦਾ ਕਾਨੂੰਨ ਫੋਲੋ ਕਰਨਾ ਚਾਹੀਦਾ। ਕੋਈ ਵੀ ਦੇਸ਼ ਇਹ ਤਾਂ ਅਲਾਓ ਨਹੀਂ ਕਰਦਾ ਵੀ ਤੁਸੀਂ ਕਿਸੇ ਵੀ ਦੇਸ਼ ਦਾ, ਕਿਸੇ ਵੀ ਸਟੇਟ ਦਾ ਤੁਸੀਂ ਕਾਨੂੰਨ ਨਾ ਫੋਲੋ ਕਰੋ, ਠੀਕ ਹੈ। ਉਹਨਾਂ ਨੂੰ ਸਮਝਾਉਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ, ਸਟ੍ਰਿਕਟਲੀ ਦੱਸਣਾ ਚਾਹੀਦਾ। ਬਾਕੀ ਜਿਹੜਾ ਕੰਮ 'ਤੇ ਲੈ ਕੇ ਜਾਂਦਾ ਉਹਦੀ ਰਿਸਪੌਂਸੀਬਿਲਟੀ ਆ, ਰਾਈਟ। ਜਿਵੇਂ ਹੁਣ ਸਾਡੀ, ਮੈਂ ਟਰੱਕ ਚਲਾਉਣਾ, 5 ਮਿੰਟ ਪਹਿਲਾਂ ਜੇ ਕਿਸੇ ਨੇ ਟਰੱਕ ਟ੍ਰੇਲਰ ਡਰੋਪ ਕਰਤਾ, ਮੈਂ ਚੱਕ ਲਿਆ, ਇਹਦਾ ਮਤਲਬ ਮੇਰੀ ਰਿਸਪੌਂਸੀਬਿਲਟੀ ਆ। 5 ਮਿੰਟ ਉਹਨੂੰ ਡਰੋਪ ਕੀਤੇ ਨੂੰ ਹੋ ਗਏ, 5 ਮਿੰਟ ਬਾਅਦ ਮੇਰੇ ਟਰੱਕ ਮਗਰ ਪਾ ਲਿਆ, ਮੇਰੀ ਰਿਸਪੌਂਸੀਬਿਲਟੀ ਆ, ਮੈਂ ਉਹਦੀ ਪ੍ਰੀ ਟ੍ਰਿਪ ਵਗੈਰਾ ਕਰਕੇ ਤੁਰਦਾ। ਸੋ ਇਹੀ ਆ, ਜਿਹੜਾ ਲੈ ਕੇ ਜਾਂਦਾ ਕੰਮ 'ਤੇ ਉਹਦੀ ਰਿਸਪੌਂਸੀਬਿਲਟੀ ਹੋਣੀ ਚਾਹੀਦੀ ਆ, ਉਹ ਉਹਨਾਂ ਨੂੰ ਸਮਝਾਵੇ ਸਾਰਾ ਕੁਛ। ਜੀ ਸਿੱਧੂ ਸਾਹਿਬ, ਆਖਰ ਦੇ ਵਿੱਚ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਕੋਈ ਸੁਨੇਹਾ ਤੁਹਾਡਾ? ਸੁਨੇਹਾ ਤਾਂ ਬਾਈ ਜੀ ਇਹ ਆ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ, ਸੇਫ ਰਹੋ, ਸੇਫ ਰੱਖੋ। ਕਿਤੇ ਤੁਸੀਂ ਕਿਸੇ ਨੂੰ ਅਨਸੇਫ ਵੇਖਦੇ ਹੋ, ਉਹਨੂੰ ਸਮਝਾਓ। ਕਿਤੇ ਤੁਸੀਂ ਆਪ ਅਨਸੇਫ ਮਹਿਸੂਸ ਕਰਦੇ ਹੋ ਤੇ ਆਪਦੇ ਸੰਬੰਧਿਤ ਸੁਪਰਵਾਈਜ਼ਰ ਨੂੰ ਜਾਂ ਆਪਦੇ ਮੈਨੇਜਰ ਵਗੈਰਾ ਨੂੰ ਦੱਸੋ ਵੀ ਅਸੀਂ ਅਨਸੇਫ ਹਾਂ, ਇੱਥੇ ਅਸੀਂ ਕੰਮ ਨਹੀਂ ਕਰ ਸਕਦੇ। ਅਤੇ ਜੇ ਤੁਸੀਂ ਲੱਗਦਾ ਫਿਰ ਵੀ ਤੁਸੀਂ ਨਹੀਂ ਸੇਫ, ਤੁਹਾਡੇ ਨਾਲ ਕੋਈ ਪੁਸ਼ ਕਰਦਾ, ਤੁਹਾਨੂੰ ਪ੍ਰੈਸ਼ਰ ਪਾਉਂਦਾ ਤੁਹਾਡੇ 'ਤੇ, ਕੰਮ ਛੱਡ ਕੇ ਘਰੇ ਆ ਜਾਓ, ਮਰਨ ਨਾਲੋਂ ਤਾਂ ਚੰਗਾ ਕੰਮ ਕਿਤੇ ਹੋਰ ਲੱਭ ਲਓ। ਸੋ ਮੈਂ ਤਾਂ ਇਹੀ ਮੇਰੀ ਗੁਜ਼ਾਰਿਸ਼ ਹੈ ਜੀ। ਸ਼ੁਕਰੀਆ ਸਿੱਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ। ਦੋਸਤੋ, ਇਸ ਸਨ ਜਗਜੀਤ ਸਿੰਘ ਸਿੱਧੂ। ਅੱਜ ਅਸੀਂ ਐਬਸਫੋਰਡ ਦੇ ਵਿੱਚ ਇਸ ਗੋਲਡਨ ਟਰੀ ਦੇ ਅੱਗੇ ਖੜ੍ਹੇ ਹਾਂ, ਇਸ ਗੋਲਡਨ ਟਰੀ ਦੇ ਇਤਿਹਾਸ ਬਾਰੇ ਜਾਣਿਆ। ਉਹ ਦੁਖਾਂਤ ਜਿਹੜਾ ਸਿੱਧੂ ਪਰਿਵਾਰ ਨੇ ਸਹਿਆ। ਕੈਨੇਡਾ ਬਹੁਤ ਚੰਗਾ ਦੇਸ਼ ਆ, ਅਸੀਂ ਸਾਰੇ ਇਸੇ ਕਰਕੇ ਇੱਥੇ ਆਏ ਹਾਂ, ਸੁੱਖ ਸਹੂਲਤਾਂ ਦੇ ਲਈ। ਪਰ ਕੈਨੇਡਾ ਵਸਦਾ ਹੋਊ ਸਾਰਿਆਂ ਦੇ ਲਈ, ਪਰ ਇਹ 3 ਪਰਿਵਾਰ ਜਿਨ੍ਹਾਂ ਦੀਆਂ 3 ਔਰਤਾਂ ਚੜ੍ਹਦੀ ਉਮਰ ਦੇ ਵਿੱਚ ਚਲੀਆਂ ਗਈਆਂ, ਇਹਨਾਂ ਦੇ ਲਈ ਕੈਨੇਡਾ ਸਾਰੇ ਦਾ ਸਾਰਾ ਉਜੜ ਗਿਆ ਉਸ ਦਿਨ। 7 ਮਾਰਚ 2007 ਨੂੰ ਇਹ ਗੋਲਡਨ ਟਰੀ ਦੇ ਉੱਤੇ ਉਹਨਾਂ 3 ਔਰਤਾਂ ਦੇ ਬਣੇ ਚਿਹਰੇ ਇਸ ਗੱਲ ਲਈ ਹਮੇਸ਼ਾ ਯਾਦ ਰਹਿਣਗੇ, ਜਿਹੜੇ ਲੋਕ ਕਾਨੂੰਨ ਨੂੰ ਫੋਲੋ ਨਹੀਂ ਕਰਦੇ ਜਾਂ ਕਿਤੇ ਅਣਗਹਿਲੀ ਵਰਤਦੇ, ਉਹਦਾ ਨਤੀਜਾ ਕਿਸੇ ਦੀ ਜਾਨ ਵੀ ਹੋ ਸਕਦਾ। ਇਹ ਦੁਨੀਆ ਦਾ ਬੈਸਟ ਸਿਸਟਮ ਕੈਨੇਡਾ ਦਾ, ਇਹਨੂੰ ਬੈਸਟ ਬਣਾਉਣਾ ਕਿਤੇ ਨਾ ਕਿਤੇ ਲੋਕਾਂ ਦੀ ਜ਼ਿੰਮੇਵਾਰੀ ਵੀ ਹੈ, ਕਿਤੇ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਹੈ। ਅੱਜ ਇਸ ਇਤਿਹਾਸ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਇਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਗੱਲਬਾਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।